ਜੀਓ ਪਿੰਡ ਸਭ ਤੇਰਾ, ਜੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਈਂ ਤਿਹਾ ਹਉ ਕਰੀ ਵਖਿਆਨ, ਚੇਤਾ ਜੀਓ ਪਿੰਡ ਸਭ ਤੇਰਾ। ਤੂੰ ਅੰਤਰਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ। ਜਿਹਾ ਤੂੰ ਕਰਾਈਂ ਤਿਹਾ ਹਉ ਕਰੀ ਬਖਿਆਨ। ਆਪ ਨਰੈਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਨਰੈਣ ਆਪ ਨਰੈਣ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੋ ਭਾਈਮਾਨ ਗੁਰੂ ਪਿਆਰਿਓ, ਆਪ ਬੜੇ ਹੀ ਸਤਿਕਾਰਯੋਗ ਧੰਨਤਾ ਦੇ ਯੋਗ ਹੋ, ਬੜਭਾਗੇ ਹੋ ਜੋ ਪਿਛਲੇ ਦਿਨਾਂ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਗੁਰ ਇਤਿਹਾਸ ਦੇ ਆਪਾਂ ਦਰਸ਼ਨ ਕਰ ਰਹੇ ਹਾਂ। ਆਓ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਆਪਸ ਵਿੱਚ ਗੁਰਫਤਿਹ ਦੀ ਸਾਂਝ ਪਾਈਏ। ਸਭ ਨੇ ਪਿਆਰ ਦੇ ਵਿੱਚ ਭਿੱਜ ਕੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਪਾਤਸ਼ਾਹ ਜੀ ਦੇ ਜੀਵਨ ਦੀ ਜੋ ਵਿਚਾਰ ਸੀ ਉਹ ਆਪਾਂ ਇੱਥੋਂ ਤੱਕ ਸਰਵਣ ਕੀਤੀ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਦੀ ਧਰਤੀ ਤੇ ਗਏ। ਮੱਕਾ ਇੱਕ ਸ਼ਹਿਰ ਦਾ ਨਾਮ ਆ। ਉਸ ਮੱਕੇ ਦੇ ਵਿੱਚ ਇੱਕ ਕਾਬਾ ਉਸ ਇਮਾਰਤ ਦਾ ਨਾਮ ਆ, ਜਿਸ ਇਮਾਰਤ ਨੂੰ ਇਸਲਾਮੀ ਲੋਕ ਬੜੇ ਹੀ ਆਪਣੇ ਦਿਲ ਦੇ ਵਿੱਚੋਂ ਸਤਿਕਾਰ ਦਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਿਛਲਾ ਵਰਤਾਂਤ ਸੀ ਉਹ ਆਪਾਂ ਸੁਣਿਆ ਕਿ ਉੱਥੇ ਜਾ ਕੇ ਅਜਿਹੇ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਬੇਲਾ। ਸੱਚ ਦੀ ਬਾਣੀ ਉਸ ਧਰਤੀ ਤੇ ਪ੍ਰਚਾਰੀ
ਤੇ ਪ੍ਰਚਾਰਨ ਤੋਂ ਪਹਿਲਾਂ ਢੰਗ ਕੀ ਵਰਤਿਆ ਸੀ। ਗੁਰੂ ਪਾਤਸ਼ਾਹ ਉਹਨਾਂ ਦੀ ਇਸ ਪਵਿੱਤਰ ਇਮਾਰਤ ਵੱਲ ਆਪਣੇ ਪੈਰ ਕਰਕੇ ਪਏ, ਪਰ ਆਪਾਂ ਨੂੰ ਪਤਾ ਉਹਨਾਂ ਲੋਕਾਂ ਦੇ ਦਿਲ ਵਿੱਚ ਆਪਣੀ ਇਸ ਇਮਾਰਤ ਦੇ ਪ੍ਰਤੀ ਇੰਨਾ ਪਿਆਰ ਆ, ਉਹ ਕਿਸੇ ਵੀ ਕੰਟਰੀ ਦੇ ਵਿੱਚ, ਕਿਸੇ ਦੇਸ਼, ਮੁਹੱਲੇ, ਸੂਬੇ ਵਿੱਚ ਰਹਿੰਦੇ ਨੇ, ਜਿਸ ਪਾਸੇ ਉਹਨਾਂ ਨੂੰ ਇਹ ਲੋਕੇਸ਼ਨ ਦਿਸੇ ਨਾ ਵੀ ਕਾਬਾ, ਮੱਕਾ ਇਸ ਬੰਨੇ ਆ, ਤੇ ਉਧਰਲੇ ਪਾਸੇ ਉਹ ਕੁਰਲੀ ਵੀ ਨਹੀਂ ਕਰਦੇ, ਉਜ਼ੂ ਵੀ ਨਹੀਂ ਕਰਦੇ, ਉਧਰਲੇ ਪਾਸੇ ਉਹ ਪੈਰ ਕਰਕੇ ਵੀ ਨਹੀਂ ਪੈਂਦੇ। ਇੰਨਾ ਉਹਨਾਂ ਦੇ ਅੰਦਰ ਆਪਣੇ ਇਸ ਧਾਰਮਿਕ ਇਮਾਰਤ ਦੇ ਸੰਬੰਧੀ ਪਿਆਰ ਆ। ਤੇ ਗੁਰੂ ਨਾਨਕ ਸਾਹਿਬ ਨੇ ਕੀ ਉਹਨਾਂ ਦਾ ਨਿਰਾਦਰ ਕੀਤਾ? ਨਹੀਂ। ਪਰ ਜਿਵੇਂ ਪਿਛਲੇਰੇ ਆਪਾਂ ਇਤਿਹਾਸ ਵਿੱਚ ਸੁਣਿਆ ਵੀ ਗੁਰੂ ਸਾਹਿਬ ਨੇ ਹਰਿਦੁਆਰ ਦੀ ਧਰਤੀ ਤੇ ਜਾ ਕੇ ਚੜ੍ਹਦੇ ਵਾਲੇ ਪਾਸੇ ਨਹੀਂ, ਛਿਪਦੇ ਵਾਲੇ ਪਾਸੇ ਮੂੰਹ ਕਰਕੇ ਪਾਣੀ ਦਿੱਤਾ। ਉਹ ਲੋਕਾਂ ਨੂੰ ਖਿੱਚਣਾ ਸੀ, ਧਿਆਨ ਇੱਧਰ ਦਿਵਾਉਣਾ ਸੀ। ਇਵੇਂ ਜਿਵੇਂ ਗੁਰੂ ਪਾਤਸ਼ਾਹ ਜੀ ਉੱਥੇ ਨਿਰਾਦਰ ਕਰਨ ਨਹੀਂ ਪਹੁੰਚੇ, ਬਸ ਧਿਆਨ ਖਿੱਚਣਾ ਸੀ। ਲੋਕ ਇਕੱਠੇ ਹੋਏ ਤੇ ਉੱਥੇ ਗੁਰੂ ਸਾਹਿਬ ਨੇ, ਫਿਰ ਆਪਾਂ ਨੂੰ ਪਤਾ, ਕਾਜੀ ਜੀਵਨ ਨੂੰ ਇਹ ਗੱਲ ਕਹੀ, ਜਿਹਨੇ ਆ ਕੇ ਲੱਤ ਵੀ ਮਾਰੀ ਤੇ ਗੁਰੂ ਨੇ ਲੱਤ ਦਾ ਜਵਾਬ ਮੱਤ ਨਾਲ ਦਿੱਤਾ। ਤੇ ਜਿਸ ਬੰਨੇ ਅੱਲਾ ਨਹੀਂ ਹੈ ਤੇ ਉਸ ਪਾਸੇ ਮੇਰਾ ਖਿੱਚ ਕੇ ਤੁਸੀਂ ਪੈਰ ਆ ਜਿਹੜੇ ਲੱਤਾਂ ਨੇ ਉਹ ਕਰ ਦੇਵੋ, ਕਿਉਂਕਿ ਤੁਹਾਡੀ ਅੰਦਰ ਦੀ ਭਾਵਨਾ ਗੀ ਦੱਖਣ ਦੇਸ ਹਰੀ ਕਾ ਵਾਸਾ। ਤੁਹਾਡੇ ਅੰਦਰ ਦੇ ਖਿਆਲ ਹਨ, ਮੰਨ ਲਏ ਇੱਕ ਨੇ ਦੱਖਣ ਵਿੱਚ ਹਰੀ ਮੰਨ ਲਿਆ, ਦੂਜੇ ਨੇ ਪੱਛਮ ਦੇ ਵਿੱਚ ਮੰਨ ਲਿਆ, ਤੇ ਇਦਾਂ ਦੇ ਤੁਹਾਡੇ ਖਿਆਲਾਂ ਨੂੰ ਨਿਵਰਤ ਕਰਨ ਦੇ ਲਈ ਇੱਥੇ ਪਹੁੰਚੇ ਆ। ਫਿਰ ਗੁਰੂ ਸਾਹਿਬ ਜੀ ਨੇ 4 ਗੱਲਾਂ ਜਿਹੜੀਆਂ ਅੱਜ ਤੱਕ ਉੱਥੇ ਨਹੀਂ ਹੋਈਆਂ ਉਹ ਕਰਕੇ ਵਿਖਾਈਆਂ। ਨੰਬਰ 1, ਅੱਲਾ ਤਾਲਾ ਹਰ ਥਾਂ ਵਸਦਾ, ਸਭ ਮਹਿ ਜੋਤ ਜੋਤ ਹੈ ਸੋਏ। ਦੂਜੀ ਗੱਲ, ਉਸ ਧਰਤੀ ਤੇ ਕੇਵਲ ਉਸ ਥਾਂ ਤੇ ਕੁਰਾਨ ਮਜੀਦ ਦੀ ਹੀ ਗੱਲ ਕੀਤੀ ਜਾਂਦੀ ਆ, ਪਰ ਉਹਨਾਂ ਨੇ ਖੁਦ ਕਿਹਾ ਵੀ ਤੁਸੀਂ ਆਪਣੀ ਪੋਥੀ ਵਿੱਚੋਂ ਸਾਨੂੰ ਕੁਝ ਸੁਣਾਓ। ਪਾਤਸ਼ਾਹ ਨੇ ਬਾਣੀ ਦਾ ਪ੍ਰਚਾਰ ਕੀਤਾ, ਸੱਚ ਬੋਲੇ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹਨਾਂ ਨੇ ਪੁੱਛਣਾ ਕੀਤਾ ਨਾ ਵੀ ਮੁਸਲਮਾਨ ਵੱਡਾ ਕਿ ਹਿੰਦੂ ਵੱਡਾ, ਪੁੱਛਣ ਗੱਲ ਅਮਾਨ ਦੀ ਪੁੱਛਦੇ ਨੇ, ਪਰ ਗੁਰੂ ਸਾਹਿਬ ਨੇ ਗੱਲ ਕਲੀਅਰ ਕਰਤੀ, ਸ਼ੁਭ ਅਮਲਾਂ ਬਾਝੋਂ। ਨਾ ਹਿੰਦੂ ਵੱਡਾ ਮੁਸਲਮਾਨ ਹੋਈ, ਨਾ ਹਿੰਦੂ ਵੱਡਾ ਨਾ ਮੁਸਲਮਾਨ ਵੱਡਾ। ਕੌਣ ਆ? ਜਿਹਦੇ ਅੰਦਰ ਕਰਨੀ ਆ, ਜਿਹਦਾ ਉੱਚਾ ਸੁੱਚਾ ਜੀਵਨ ਆਚਰਣ ਹੈ। ਆਚਰਣ ਨੂੰ ਗੁਰੂ ਸਾਹਿਬ ਨੇ ਮਾਨਤਾ ਦੀ ਗੱਲ ਕੀਤੀ। ਤੀਜੀ ਗੱਲ, ਇੱਕ ਗੱਲ ਪ੍ਰਚਾਰੀ ਜਾਂਦੀ ਹੈ ਵੀ ਮੱਕਾ ਫਿਰ ਗਿਆ, ਸੱਚਾ ਫਿਰ ਗਿਆ। ਕਿਉਂ? ਜਿੰਨੇ ਲੋਕ ਉੱਥੇ ਜਾਂਦੇ ਨੇ ਸਾਰੇ ਹੀ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਝੁਕ ਗਏ। ਇਸ ਬਾਬੇ ਨੇ ਜੋ ਸਾਨੂੰ ਸੁਣਾਇਆ ਉਹ ਅੱਜ ਤੱਕ ਅਸੀਂ ਨਹੀਂ ਸੁਣਿਆ। ਫਿਰ ਉੱਥੇ ਚੌਥੀ ਗੱਲ ਕਿਹੜੀ ਆ ਵੀ ਧਰੀ ਨਿਸ਼ਾਨੀ ਕੌਸ ਦੀ, ਮਤਲਬ ਉੱਥੇ ਗੁਰੂ ਸਾਹਿਬ ਤੋਂ ਉਹਨਾਂ ਨੇ ਨਿਸ਼ਾਨੀ ਮੰਗੀ ਵੀ ਸਾਨੂੰ ਆਪਣੀ ਨਿਸ਼ਾਨੀ ਦੇ ਕੇ ਜਾਵੋ। ਗੁਰੂ ਸਾਹਿਬ ਨੇ ਆਪਣੀ ਪੈੜ ਛੱਡ ਦਿੱਤੀ, ਛਾਪ, ਮੋਹਰ ਕਹਿ ਲੋ, ਅਜਿਹੀ ਮੋਹਰ ਲਾ ਦਿੱਤੀ ਜਿਹੜੀ ਮੋਹਰ ਗੁਰੂ ਨਾਨਕ ਸਾਹਿਬ ਦੀ ਲੱਗੀ ਹੋਈ ਆ, ਤੇ ਉਹਦਾ ਅੱਜ ਵੀ ਉਸ ਧਰਤੀ ਤੇ ਸਤਿਕਾਰ ਆ। ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਮਦੀਨੇ ਦੀ ਇਸ ਧਰਤੀ ਤੇ, ਮੱਕੇ ਦੀ ਧਰਤੀ ਤੇ ਕਾਬੇ ਕੋਲ ਪਹੁੰਚਦੇ ਨੇ, ਤੇ ਆਪਾਂ ਨੂੰ ਪਤਾ ਨਾ ਨਾਲ ਤਾਂ ਮੁਸਲਮਾਨ ਆ ਨਾ ਬਾਬਾ ਮਰਦਾਨਾ ਜੀ, ਪਰ ਸੱਚ ਜਾਣਿਓ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਵਾਰੀ ਵੀ ਨਹੀਂ ਇਹ ਗੱਲ ਕਹੀ, ਉਹ ਮੇਰੇ ਸਾਹਿਬ, ਮੇਰੇ ਮਾਲਕ, ਇਸ ਧਰਤੀ ਨਾ ਕੇਵਲ ਮੁਸਲਮਾਨ ਹੀ ਪ੍ਰਚਾਰ ਕਰ ਸਕਦਾ, ਇੱਥੇ ਕਿਸੇ ਹੋਰ ਨੂੰ ਬੋਲਣ ਦੀ ਇਜਾਜ਼ਤ ਨਹੀਂ, ਜਾਣ ਦੀ ਇਜਾਜ਼ਤ ਨਹੀਂ ਹੈ। ਪਰ ਅੰਦਰ ਕਿੰਨਾ ਕੁ ਸਿਦਕਾ, ਜਿਵੇਂ ਤੂੰ ਬੁਲਾਵੇਂਗਾ ਨਾ ਮੈਂ ਉਵੇਂ ਬੋਲਾਂਗਾ, ਜਿਵੇਂ ਤੂੰ ਚਲਾਵੇਂਗਾ ਨਾ ਮੈਂ ਉਵੇਂ ਚੱਲਾਂਗਾ, ਜਿਵੇਂ ਤੂੰ ਮੈਨੂੰ ਤੋਰੇਂਗਾ ਨਾ ਮੈਂ ਉਵੇਂ ਤੁਰਾਂਗਾ।
ਅੰਦਰ ਗੁਰੂ ਨਾਨਕ ਸਾਹਿਬ ਤੇ ਕਿੰਨਾ ਭਰੋਸਾ, ਗੁਰੂ ਨਾਨਕ ਦੀ ਬਾਣੀ ਤੇ ਸ਼ਬਦ ਤੇ ਕਿੰਨਾ ਯਕੀਨ ਹੈ। ਇਸ ਤੋਂ ਅੱਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਗਦਾਦ ਦੀ ਧਰਤੀ ਵੱਲ ਚਾਲੇ ਨੇ, ਉਹ ਪਾ ਦਿੰਦੇ ਨੇ। ਜਿਹੜਾ ਬਗਦਾਦ ਦਾ ਅਰਥ ਆ ਨਾ, ਇਹਦਾ ਅਰਥ ਹੁੰਦਾ ਤੋਹਫਾ, ਖੂਬਸੂਰਤ। ਇਸ ਸ਼ਹਿਰ ਨੂੰ ਬੜਾ ਸੁੰਦਰ ਸ਼ਹਿਰ ਮੰਨਿਆ ਗਿਆ ਹੈਗਾ ਤੇ ਇਸ ਸ਼ਹਿਰ ਦੇ ਵਿੱਚ ਬੜੇ ਲੰਬੇ ਟਾਈਮ ਤੋਂ ਇਉਂ ਕਹਿ ਲਵੋ ਵੀ ਕੁਝ ਨਾ ਕੁਝ ਇੱਥੋਂ ਦੇ ਰਾਜੇ ਪਰਜਾ ਦੀ ਸੁਣਵਾਈ ਸੁਣਦੇ ਨੇ, ਲੋਕਾਂ ਦੇ ਹੱਕ ਵਿੱਚ ਨਿੱਤਰਦੇ ਨੇ, ਖੜਦੇ ਨੇ। ਇੱਥੋਂ ਇੱਕ ਗੁਰੂ ਪਾਤਸ਼ਾਹ ਨੂੰ ਬਗਦਾਦ ਪਹੁੰਚਦੇ ਆਪਾਂ ਨੂੰ ਪਤਾ ਨਾ ਪੀਰ ਨਾਲ ਮਿਲਾਪ ਹੁੰਦਾ। ਉਹ ਪੀਰ ਇੱਕ ਮੁਖੀ ਵੀ ਆ, ਮਤਲਬ ਉਹਦੇ ਕੋਲੇ ਕਹਿ ਲੋ ਇਸ ਨਗਰ ਦੀ ਜਥੇਦਾਰੀ ਵੀ ਆ, ਉਹ ਇਸ ਨਗਰ ਦਾ ਨੁਮਾਇੰਦਾ ਵੀ ਆ ਸ਼ਹਿਰ ਦਾ, ਤੇ ਪੀਰ ਵੀ ਆ। ਇਹ ਪੀਰ ਨੂੰ ਜਿਹੜੀ ਬਣਦੀ ਗੱਲ ਆ ਨਾ, ਉਹਦੇ ਮੁਤਾਬਕ ਦਸਤਗੀਰ ਕਿਹਾ ਜਾਂਦਾ, ਦਸਤਗੀਰ। ਤੇ ਜਿਹੜਾ ਦਸਤਗੀਰ ਦਾ ਪਿਛੋਕੜ ਆ, ਇਹ ਜਿੱਥੋਂ ਤੱਕ ਆਪਾਂ ਨੂੰ ਬਿੜਕ ਲੱਗੀ ਆ, ਤੇ ਇਹਦਾ ਪਿਛੋਕੜ ਜਾ ਕੇ ਨੌਸੀਰਵਾਂ ਰਾਜੇ ਦੇ ਨਾਲ ਜੁੜਦਾ ਗਾ, ਜੋ 6ਵੀਂ ਸਦੀ ਦਾ ਬਗਦਾਦ ਦਾ ਇੱਕ ਬੜਾ ਇਮਾਨਦਾਰ ਰਾਜਾ ਹੋਇਆ ਗਾ, ਜਿਹਦੀ ਇਮਾਨਦਾਰੀ ਇੰਨੀ ਆ ਵੀ ਉਸ ਰਾਜੇ ਨੇ ਕਦੇ ਪਰਜਾ ਦਾ ਲੂਣ ਵੀ ਫਰੀ ਦਾ ਨਹੀਂ ਖਾਧਾ। ਜਿਹੜਾ ਰਾਜਾ ਕਿਸੇ ਦਾ ਲੂਣ ਖਾਣ ਤੇ ਵੀ ਗੁਰੇਜ਼ ਕਰੇ, ਜੇ ਕਿਸੇ ਦਾ ਲੂਣ ਖਾਧਾ ਵੀ ਆ ਨਾ ਤੇ ਉਹਦਾ ਮੁੱਲ ਮੋੜਿਆ, ਤੇ ਉਹ ਰਾਜੇ ਬਾਰੇ ਆਪਣੇ ਦਿਮਾਗ ਵਿੱਚ ਫਿਰ ਕਿਹੋ ਜੀ ਫੋਟੋ ਬਣੂਗੀ, ਕਿਹੋ ਜੀ ਮੂਰਤ ਬਣੇਗੀ, ਉਹ ਆਪਾਂ ਖੁਦ ਨਜ਼ਰ ਮਾਰ ਸਕਦੇ ਆ। ਇਹ ਉਸ ਪੀਰ ਦੀ ਮਤਲਬ ਕਿ ਜਿਹੜੀ ਪਿਛੋਕੜ ਦੀ ਕਹਾਣੀ ਹੈ। ਚਲੋ ਵਾਹਿਗੁਰੂ ਭਲਾ ਕਰੇ। ਹੁਣ ਇਹ ਦਸਤਗੀਰ ਆ ਜਿਹੜਾ, ਇਹ ਦਸਤਗੀਰ ਇੱਕ ਜਥੇਦਾਰੀ ਦਾ ਨਾਮ ਆ। ਜਿਵੇਂ ਆਪਾਂ ਕਹਿੰਦੇ ਵੀ ਆਹ ਬਿਆਨ ਜਥੇਦਾਰ ਦਾ ਆ, ਤੇ ਆਪਾਂ ਨੂੰ ਜਥੇਦਾਰ ਦਾ ਨਾਮ ਪੁੱਛਣ ਦੀ ਲੋੜ ਨਹੀਂ। ਜਥੇਦਾਰ ਕੌਣ ਆ, ਉਹਦੇ ਤੇ ਧਿਆਨ ਸਾਰਿਆਂ ਦੀ ਚਲਾ ਜਾਂਦਾ, ਫਲਾਨਾ ਜਥੇਦਾਰ, ਜਥੇਦਾਰ ਦਾ ਇਹ ਬਿਆਨ ਹੈ। ਵਾਹਿਗੁਰੂ ਭਲਾ ਕਰੇ, ਅੱਜ ਤਾਂ ਜਥੇਦਾਰ ਲਫ਼ਜ਼ ਵੀ ਬਦਨਾਮ ਹੋ ਗਿਆ ਸਾਡੀਆਂ ਕੁਝ ਮਾੜੀਆਂ ਹਰਕਤਾਂ ਕਰਕੇ। ਜਥੇਦਾਰੀ ਜਾਂ ਜਥੇਦਾਰ ਦਾ ਅਹੁਦਾ ਉਹ ਨਹੀਂ ਮਾੜਾ, ਜਥੇਦਾਰੀ ਨਹੀਂ ਮਾੜੀ, ਪਰ ਜਥੇਦਾਰੀ, ਜਥੇਦਾਰ ਲਫ਼ਜ਼ ਸਾਡੀ ਕੌਮ ਦੇ ਵਿੱਚ, ਸਾਡੇ ਲੋਕਾਂ ਦੇ ਵਿੱਚ ਭੰਡਿਆ ਗਿਆ, ਬਦਨਾਮ ਹੋ ਗਿਆ ਹਰਕਤਾਂ ਕਰਕੇ। ਜਿਵੇਂ ਮਸੰਦ ਲਫ਼ਜ਼, ਮਨਸੰਦ, ਪ੍ਰਚਾਰਕ, ਇੱਕ ਗੁਰੂ ਦੇ ਪ੍ਰਥਾਏ ਲੋਕਾਂ ਤੋਂ ਉਗਰਾਹੀ ਕਰਨ ਵਾਲਾ, ਸੰਗਤ ਦੇ ਪ੍ਰਥਾਏ ਗੁਰੂ ਕਰਕੇ ਭਾਵ ਲੋਕਾਂ ਦੇ ਵਿੱਚ ਵਿਚਰਨ ਵਾਲਾ ਭਲਾ ਮਾਨਸ ਮਨੁੱਖ। ਤੇ ਸਮਾਂ ਪਾ ਕੇ ਮਸੰਦ ਉਹਨੂੰ ਕਿਹਾ ਜਾਣ ਲੱਗ ਪਿਆ ਜਿਹੜਾ ਬੰਦਾ ਸਭ ਤੋਂ ਘਟੀਆ, ਸਭ ਤੋਂ ਨਿਕੰਮਾ ਹੋਵੇ, ਉਹਨੂੰ ਆਪਾਂ ਮਸੰਦ ਕਹਿ ਦਿੰਦੇ ਆ। ਇਵੇਂ ਜਿਵੇਂ ਜਥੇਦਾਰੀ, ਇਵੇਂ ਜਿਵੇਂ ਇਹ ਦਸਤਗੀਰ ਇੱਕ ਅਹੁਦੇ ਦਾ ਨਾਂ ਗਾ। ਦਸ ਦਾ ਮਤਲਬ ਹੱਥ, ਗੀਰ ਦਾ ਮਤਲਬ ਕਿਸੇ ਟੋਏ ਵਿੱਚੋਂ, ਗਾਰ ਵਿੱਚੋਂ ਕੱਢਣ ਵਾਲਾ, ਉਹਨਾਂ ਹੱਥਾਂ ਦੇ ਨਾਲ ਗਾਰ ਵਿੱਚੋਂ ਖਿੱਚਣ ਵਾਲਾ। ਇਹਨਾਂ ਦੀ ਮਿੱਥ ਮੁਤਾਬਕ ਮੰਨਿਆ ਜਾਂਦਾ ਵੀ ਕੋਈ ਨਾ ਨਵ ਵਿਆਹਾ ਜੋੜਾ ਤੁਰਿਆ ਜਾਂਦਾ ਸੀ ਨਦੀ ਕਿਨਾਰੇ, ਕੋਈ ਐਸਾ ਕਾਰਨ ਬਣਿਆ ਫਿਸਲ ਗਏ ਤੇ ਉਹ ਡਿੱਗ ਪਏ ਨਦੀ ਦੇ ਵਿੱਚ। ਇਹਨਾਂ ਦੀ ਮਿੱਥ ਮੁਤਾਬਕ ਕਹਿੰਦੇ ਫਿਰ ਉੱਥੇ ਦਸਤ ਦੇ ਕੇ, ਦਸਤ ਮੀਂਜ ਹੱਥ, ਹੱਥਾਂ ਦੇ ਨਾਲ ਉਹ ਜੋੜੇ ਨੂੰ ਬਾਹਰ ਕੱਢ ਦਿੱਤਾ। ਉੱਥੋਂ ਇਹ ਨਾਮ ਟਿਕ ਗਿਆ ਵੀ ਇਹ ਜਥੇਦਾਰ, ਮਤਲਬ ਇਹ ਦਸਤਗੀਰ ਸਾਡੀ ਕੌਮ ਦਾ ਭਲਾ ਮਾਨਸ ਮਨੁੱਖ ਆ ਜੋ ਡੁੱਬਦਿਆਂ ਨੂੰ ਕੱਢ ਲੈਂਦਾ ਗਾ। ਇਹਨਾਂ ਨੇ ਫਿਰ ਉਹਦਾ ਜਿਹੜਾ ਵੀ ਕੁਰਸੀ ਤੇ ਬਹਿੰਦਾ ਉਹਦੇ ਲਈ ਇਹ ਦੇ ਦਿੰਦੇ ਸਨ ਵੀ ਦਸਤਗੀਰ ਆ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਬਗਦਾਦ ਵਿੱਚ ਪਹੁੰਚਦੇ ਨੇ, ਤੇ ਬਗਦਾਦ ਵਿੱਚ ਪਹੁੰਚਦੇ ਆ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਗੁਰਬਾਣੀ ਜਪਜੀ ਸਾਹਿਬ ਦਾ ਪਾਠ, ਉਹਦੇ ਵਿੱਚੋਂ ਸ਼ਬਦ ਗਾਇਆ। ਇਹ ਗੱਲ ਇੱਥੇ ਧਿਆਨ ਵਿੱਚ ਰੱਖਿਓ। ਵੈਸੇ ਆਪਾਂ ਪਹਿਲਾਂ ਵੀ ਇਸ ਗੱਲ ਨੂੰ ਰਿਪੀਟ ਕਰ ਦਿੱਤਾ ਗਾ, ਦੁਬਾਰਾ ਫਿਰ ਦੁਹਰਾਉਣ ਲੱਗੇ ਆ, ਸਾਡੇ ਗਿਆਨ ਵਿੱਚ ਵਾਧਾ ਹੋ ਜਾਵੇ। ਗੁਰਬਾਣੀ ਪੜ੍ਹਨੀ
ਸੁਣਨੀ ਤੇ ਉਦੋਂ ਬਾਅਦ ਜੀਵਨ 'ਚ ਕਮਾਉਣੀ, ਇਹ ਮੁੱਖ ਵਿਸ਼ਾ। ਪੜ੍ਹਨਾ ਸੁਣਨਾ ਤਾਂ ਬੜਾ ਸੌਖਾ ਕਹਿ ਲਓ, ਪਰ ਉਹ ਤੋਂ ਵੀ ਅਸੀਂ ਅੱਜ ਮੁਨਕਰ ਹੋ ਗਏ, ਪੜ੍ਹਨ ਤੋਂ ਵੀ ਸੁਣਨ ਤੋਂ ਵੀ। ਤੇ ਪਰ ਕਰਨਾ ਕੀ ਹੁੰਦਾ? ਪੜ੍ਹ ਸੁਣ ਕੇ ਜੀਵਨ 'ਚ ਕਮਾਉਣੀ, ਵੀ ਅਸੀਂ ਕੀ ਕਰਨ ਲੱਗ ਗਏ। ਹੁਣ ਜਪਜੀ ਸਾਹਿਬ ਆ, ਉਹ ਗੁਰੂ ਨਾਨਕ ਸਾਹਿਬ ਜੀ ਦੀ ਪੂਰੀ ਜ਼ਿੰਦਗੀ ਦਾ ਕਹਿ ਲਓ, ਚਾਰੇ ਉਦਾਸੀਆਂ ਦਾ ਜਿੰਨਾ ਸਮਾਂ ਨਾ, ਸਾਰੇ ਸਮੇਂ ਦੇ ਵਿੱਚ ਇੱਕ ਬਾਣੀ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਇੱਕ ਤੁਕ, ਇੱਕ ਸ਼ਬਦ ਹਰ ਥਾਂ ਤੇ ਇਕੱਤਰ ਕਰਕੇ, ਇਕੱਠਾ ਕਰਕੇ ਜਪਜੀ ਸਾਹਿਬ ਨੂੰ ਕਰਤਾਰਪੁਰ ਸਾਹਿਬ ਬੈਠ ਕੇ ਨਾ ਇਹਨੂੰ ਇਕੱਠਾ ਕੀਤਾ, ਜੋੜਿਆ, ਸ਼ਬਦਾਂ ਦੀ ਤਰਤੀਬ ਬਣਾਈ, ਗੁਰੂ ਸਾਹਿਬ ਨੇ ਲਿਖਿਆ। ਪਰ ਇਹ ਬਾਣੀ ਨਾ ਜਿਵੇਂ ਸੁਖਮਨੀ ਸਾਹਿਬ ਇੱਕੇ ਵਾਰ ਆਇਆ, ਇਦਾਂ ਇਹ ਬਾਣੀ ਇੱਕੇ ਵਾਰ ਇੱਕ ਥਾਂ ਤੇ ਬੈਠ ਕੇ ਨਹੀਂ ਆਈ, ਜਾਂ ਪਹਿਲਾਂ ਜਾਂ ਮਗਰੋਂ। ਪੂਰੀ ਜ਼ਿੰਦਗੀ ਦਾ, ਪੂਰੇ ਚਾਰੇ ਪੜਾਵਾਂ ਦਾ, ਚਾਰੇ ਉਦਾਸੀਆਂ ਦਾ ਨਿਚੋੜ ਜਪਜੀ ਸਾਹਿਬ ਆ। ਤਾਈਓ ਇਹ ਬਾਣੀ ਨੂੰ ਇੱਕ ਨੰਬਰ ਤੇ ਮਾਨਤਾ ਮਿਲੀ ਆ। ਚਾਹੇ ਨਿਤਨੇਮ ਦੇ ਰੂਪ ਵਿੱਚ ਵੇਖ ਲਓ, ਅੰਮ੍ਰਿਤ ਛਕਣ ਵੇਲੇ ਵੇਖ ਲਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਸ਼ੁਰੂਆਤ ਵਿੱਚ ਵੇਖ ਲਓ, ਇੱਕ ਨੰਬਰ ਤੇ ਇਹ ਗੁਰੂ ਕੀ ਪਾਤਸ਼ਾਹ ਦੀ ਪਾਵਨ ਬਾਣੀ ਦਾ ਨਿਚੋੜ ਦਿੱਤਾ ਗਿਆ ਹੈ। ਤੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੇ ਅਰਥ ਪਤਾ ਲੱਗ ਗਿਆ ਨਾ, ਤੇ ਜਪਜੀ ਸਾਹਿਬ ਦੀ ਬਾਣੀ ਤੋਂ ਕੁਝ ਸਿੱਖਣ ਲੱਗੇ, ਇਉਂ ਮੰਨ ਲਓ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਉਹਨਾਂ ਨੂੰ ਅਸਰ ਹੋਣਾ ਸ਼ੁਰੂ ਹੋ ਗਿਆ। ਕਿਰਪਾ ਉਸ ਦਾਤੇ ਦੀ। ਚਲੋ ਇੱਥੇ ਗੁਰੂ ਸਾਹਿਬ ਨੇ ਸ਼ਬਦ ਗਾਇਆ, ਲੱਖ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਉੜਕ ਉੜਕ ਭਾਲ ਥੱਕੇ, ਵੇਦ ਕਹਿਨ ਇੱਕ ਬਾਤ, ਸਹਸ 18 ਕਹਿਨ ਕਤੇਬਾ, ਅਸਲੂ ਇੱਕ ਧਾਂਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ। ਹੁਣ ਜਦੋਂ ਇਹ ਗੱਲ ਗੁਰੂ ਪਾਤਸ਼ਾਹ ਨੇ ਗਾਈ ਨਾ, ਪਤਾ ਲੱਗਿਆ ਸ਼ਹਿਰ ਦੇ ਵਿੱਚ ਲੋਕਾਂ ਨੇ ਧਿਆਨ ਦੇ ਨਾਲ, ਜਦੋਂ ਰਾਤ ਦਾ ਤੀਜਾ ਚੌਥਾ ਪਹਿਰ ਹੈ ਨਾ, ਟਿਕੀ ਹੋਈ ਰਾਤ ਆ, ਜਿਹਨੂੰ ਆਪਾਂ ਟਕਾ ਕਹਿ ਦਈਏ ਰਾਤ ਦਾ, ਰਾਤ ਦੇ ਟਕਾ ਵਿੱਚ ਗੁਰੂ ਸਾਹਿਬ ਨੇ ਗਰਜਵੀਂ ਆਵਾਜ਼ ਦੇ ਵਿੱਚ ਇਹ ਆਵਾਜ਼ ਦਿੱਤੀ ਆ, ਵਾਂਗ ਦਿੱਤੀ ਆ। ਸਭ ਨੇ ਕੰਨਾਂ ਦੇ ਨਾਲ ਸੁਣੀ ਤੇ ਇੱਕਦਮ ਚੌਕ ਗਏ। ਸੁਨ ਮੁਨ ਨਗਰੀ ਭਈ, ਇੱਕਦਮ ਪੂਰੀ ਦੀ ਪੂਰੀ ਨਗਰੀ ਹੈ ਜਿਹੜੀ ਉਹ ਸੁਨ ਮੁਨ ਹੋ ਗਈ, ਚੁੱਪਚਾਪ ਹੋ ਗਈ। ਕੌਣ ਹੈ? ਜਾ ਕੇ ਵੇਖਣਾ ਕੀਤਾ, ਸਾਡੀ ਇਸ ਬਗਦਾਦ ਦੀ ਧਰਤੀ ਤੇ ਰਾਗ ਅਲਾਪਣਾ, ਰਾਗ ਗਾਉਣਾ ਮਨਾਗਾ। ਇਹ ਰਾਗ ਗਾਉਣਾ ਨਹੀਂ ਹੈ ਇੱਥੇ, ਤੁਸੀਂ ਬੜਾ ਗਲਤ ਕੰਮ ਕੀਤਾ। ਤੇ ਦੂਜੀ ਗੱਲ, ਤੁਸੀਂ ਕਹਿੰਦੇ ਹੋ ਲੱਖ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਤੇ ਅਸੀਂ ਤਾਂ ਇਹ ਮੰਨਦੇ ਆ ਰੱਬ ਸੱਤਵੇਂ ਆਕਾਸ਼ ਵਿੱਚ ਰਹਿੰਦਾ। ਅਸੀਂ ਮੰਨਦੇ ਹਾਂ ਨਾ 7 ਆਕਾਸ਼ ਆ, ਸਾਡੀ ਮੱਤ ਮੁਤਾਬਕ 7 ਪਤਾਲ ਨੇ, ਉਦੋਂ ਕਹਾਂ ਕੁਛ ਨਹੀਂ ਹੈ। ਤੇ ਗੁਰੂ ਨੇ ਧਰਤੀ ਹੋਰ ਪਰੈ ਹੋਰ ਦਾ ਜ਼ਿਕਰ ਕੀਤਾ। ਲੱਭੀ ਚੱਲੋ, ਆ ਬੋਰ ਕਰਨ ਲੱਗੇ ਨਾ, ਲੱਭੀ ਚੱਲੋ, ਪੱਤਣ ਆਈ ਜਾਂਦੀਆਂ, ਮੁੱਕਦੀਆਂ ਨਹੀਂ। ਬੰਦਾ ਹੰਭ ਜਾਂਦਾ, ਸਾਡੀ ਸਾਇੰਸ ਹੰਭ ਜਾਂਦੀ ਆ, ਸਾਡਾ ਦਿਮਾਗ ਦਾ ਜਿਹੜਾ ਲੈਵਲ ਆ ਨਾ, ਵਿਕਾਸ ਆ, ਉਹ ਮੁੱਕ ਜਾਂਦਾ। ਪਰ ਧਰਤੀ ਦੀਆਂ ਪੱਤਣਾਂ, ਧਰਤੀ ਦੀ ਭਾਵ ਅੱਗੇ ਤੋਂ ਅੱਗੇ ਦੀ ਜਿਹੜੀ ਤਰਤੀਬ ਆ ਨਾ, ਉਹ ਨਹੀਂ ਮੁੱਕਦੀ। ਤਾਈਓ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਧਰਤੀ ਹੋਰ ਪਰੈ ਹੋਰ, ਜਿੱਥੋਂ ਤੱਕ ਮਰਜ਼ੀ ਤੁਰਿਆ ਚੱਲ ਭਾਈ। ਇਵੇਂ ਜਿਵੇਂ ਲੱਖ ਪਾਤਾਲਾਂ ਪਾਤਾਲ, ਹੁਣ ਉੱਪਰ ਨੂੰ ਜਾਈ ਚਲੋ, ਹੱਦ ਆ ਸਾਡੀ, ਇਦੋਂ ਗਾਂ ਅਸੀਂ ਖਤਮ ਹੋ ਜਾਾਂਗੇ। ਪਰ ਅੱਗੇ ਆਕਾਸ਼ ਹੈ ਜਿਹੜਾ, ਉਹ ਖਤਮ ਨਹੀਂ ਹੁੰਦਾ ਹੈਗਾ, ਉਹ ਨਹੀਂ ਖਤਮ ਹੁੰਦਾ, ਅਸੀਂ ਖਤਮ ਹੋ ਜਾਾਂਗੇ, ਆਕਾਸ਼ ਨਹੀਂ ਖਤਮ ਹੁੰਦਾ, ਅਸੀਂ ਗੁਆਚ ਜਾਾਂਗੇ, ਅਸੀਂ ਲੱਭਣੇ ਨਹੀਂ। ਦੂਜੀ ਗੱਲ, ਤੁਸੀਂ ਕਿਹਾ ਪਤਾਲ ਜ਼ਿਕਰ ਕੀਤਾ ਆਗਾਸਾਂ ਦਾ, ਇਹ ਹੋ ਨਹੀਂ ਸਕਦਾ। ਤੁਸੀਂ ਗੱਲ ਕੀਤੀ ਹੈ ਰੱਬ ਹੈ, ਪਰ ਅਸੀਂ ਇਸ ਗੱਲ ਦਾ ਯਕੀਨ ਨਹੀਂ ਕਰਦੇਗੇ। ਇੱਥੋਂ ਤੱਕ ਮੰਨਿਆ ਜਾਂਦਾ, ਜੋ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਪੜ੍ਹਦੇ ਆ ਨਾ, ਇੱਕ ਮੈਂ ਇੱਥੇ ਥੋੜੀ ਜੀ ਗੱਲ ਕਵਾਂਗਾ ਵੀ ਗੁਰੂ ਨਾਨਕ ਸਾਹਿਬ ਦੀ ਜੀਵਨ ਦੀਆਂ ਜਿਹੜੀਆਂ ਵਿਚਾਰਾਂ ਨੇ ਨਾ, ਅੱਡੋ ਅੱਡ ਲਿਖਾਰੀਆਂ ਨੇ ਅੱਡੋ ਅੱਡ ਰੂਪ ਵਿੱਚ ਬਿਆਨ ਕੀਤਾ। 58, 60, 70 ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਬੁੱਕਾਂ ਮਿਲ ਜਾਂਦੀਆਂ ਨੇ, ਤੇ ਸਾਰੀਆਂ ਦਾ ਰੂਟ ਵੀ ਇੱਕ ਨਹੀਂ ਹੈ। ਕਿਸੇ ਕਿਤਾਬ ਦਾ ਰੂਟ ਕਿਵੇਂ ਆ, ਕਿਸੇ ਦਾ ਰੂਟ ਕਿਵੇਂ ਆ।
पर साडी कौम दी एक इउं कह लो बड़ी वड्डी कमजोरी आ, असी नगर कीर्तन बड़े करदे आ, लंगर असी बड़े लाउने आ, असी गुरु नानक दे नाम ते बड़ा शोर शराबा करदे आ, दीपमाला बड़ियां चलदियां ने। अज दे समय च बाबे नानक दे जन्म ते पटाके बड़े चलदे, जिन्हों आपां देसी भाषा कह दईए नोटां नूं अग बड़ी लगदी आ। पर कोई इहो जिहा कौम दे विच, संगत दे विच, जां बाबियां दे विच, प्रचारकां दे विच, जां मान लो कोई प्रबंधकां दे विच अजिहा व्यक्ति है भी गुरु नानक साहब दे जीवन नाल संबंधित एक सैमीनार होवे। सैमीनार तो भाव चंगे चंगे दूरों नेड़ों पढ़े लिखे चंगी सोच मत बुद्ध रखण वाले विद्वान बुलाए जाण ते सारिਆਂ तो अड्डो अड्ड विचार ले जाण ते एक बुक लिखाई जावे, जिहड़ी बुक दे विच एक गुरु नानक साहब दा धुर तो लेके धुर तक दा रूट इतिहास कह लो 70 साल 3 महीने 5 महीने ते 5 दिन दा जिहड़ा सफर वो लिखिया जावे। पर नहीं, जे कोई इदां दी गल करूँ ना तो उत्थे जाके साडी जिहड़ी जुबान आ वाहिगुरू भला करे वो चुप हो जाती है। नहीं जी इत्थे खर्चा कितना आऊगा, की करना पऊगा, कौन मत्था मारूगा, कौन किनू सदांगे, इत्थे जाके बड़े प्रश्न बड़े सवाल ने जिहड़े साडे अंदर बन जांदे ने। कदे साडी कौम जाग पे, वाहिगुरू भला करे। हुण इत्थे जिहड़ी लिखत आ उहदे विच दस्सिया जांदा भी गुरु नानक साहब जी ते इन्हां ने अपने वालों अप शब्द ही बोले, जिन्हों आप कह दिए भी गुरु नानक साहब नूं गालां भी कढ़ियां। कोई कहे भूतना, को कहे वेताला, कोई आखे नानक आदमी विचारा। कोई भूतना कहंदा ना, कोई बेताला कहंदा। ते हुण इत्थे दस्तगीर नूं पता लग्या, उहने भी गुरु नानक साहब नूं बुलाया। मन्निया जांदा गुरु नानक साहब दे रोड़े मारन दा, कोरड़े मारन दा हुक्म भी कीता भी ये जिहे दे जिहड़ा बोलदा ना उहदे रोड़े मारो, कोरड़े मारो। पर गुरु साहब जी कहंदे रोड़े मार लो, असीं नहीं कहंदे भी ना मारियो, पर जिहड़ी गल असीं कही आ उहदे विच सानू कुछ गलत दसो की आ। जिवें कई बार आपां कहंदे ने भी साडा कसूर दसो ते उदों बाद साडे नाल जो मर्जी कर लिओ, असीं जो बोलिया उहदे विच गलत दसो की आ। ਉਹ ਕਹਿੰਦੇ भी ਤੁਹਾਨੂੰ आओ दस्तगीर ਨਾਲ विचार करनी पैनी है, तो उत्थे विचार करके पता लगेगा, तो फिर तुहाडे नाल जिहड़ी असीं बदसलूकी करांगे, तुहानूं कुੱਟ मार सज़ा जरूर देवांगे। हुण दस्तगीर है जिहड़ा वो मान लो भी एक पक्षों सियाणा भी आ, क्योंकि इस बगदाद की धरती का जिहड़ा पिछोकड़ा आपां पहलां सुन लिया भी नौसीरवा राजे दे नाल जाके जुड़दा गा। वो बड़ा इमानदारा राजा सी, पर इन्हां दे पिछोकड़ दे विच एक रीत बना दित्ती गई। वो रीत किहड़ी आ भी इस धरती ते कदे कोई किसी किस्म दा राग आ जिहड़ा वो गाउणा नहीं है। हुण दस्तगीर ने भी यही गल कही, ऐ रब दे बंदे फकीर तुसीं राग नहीं गाउणा इत्थे। क्यों? क्योंकि राग ते साडी धरती ते ना मनाही लगी हुई आ। जदों राग बंदा सुनदा ना ते राग विचों मनुख दे अंदर काम वासना उठदी आ। गुरु नानक साहब ने क्यों कहा ना राग क्यों नहीं गाउणा, काम वासना। गुरु साहब मुस्कुरा पे, हस पे। गुरदेव पातशाह कहंदे असल दे विच ना राग एक भांडा, बाबा नानक कहंदा राग एक भांडा। ਉਹ ਭਾਂਡੇ ਦੇ ਵਿੱਚ ਸ਼ਬਦ ਜਿਹੋ ਜੇ ਮਰਜ਼ੀ ਪਾ ਲਓ, ਸ਼ਬਦ ਜਿਹੋ ਜੇ ਮਰਜ਼ੀ ਪਾ ਕੇ ਜਦੋਂ ਉਹਨੂੰ ਗਾਓਗੇ ਨਾ, ਰਾਗ ਨੂੰ ਅਲਾਪੋਗੇ, ਖੁਸ਼ਬੂ ਤਾਂ ਉਦੋਂ ਬਾਅਦ ਨਿਕਲਣੀ ਆ। ਹੁਣ ਆਪਾਂ ਨੂੰ ਪਤਾ ਨਾ ਢੋਲਕੀਆਂ ਵਾਜੇ ਤਬਲੇ ਉਹੀ ਨੇ ਜਿਨ੍ਹਾਂ ਤੇ ਗੰਦੇ ਨਾਚ ਹੁੰਦੇ ਨੇ, ਢੋਲਕੀਆਂ ਵਾਜੇ ਉਹੀ ਨੇ ਜਿਨ੍ਹਾਂ ਤੇ ਰੱਬੀ ਬਾਣੀ ਗਾਈ ਜਾਂਦੀ ਹੈ। ਹੁਣ ਢੋਲਕੀਆਂ ਵਾਜਾਂ ਦਾ ਕੀ ਕਸੂਰ ਹੈਗਾ, ਸਾਜ਼ਾਂ ਦਾ ਕੋਈ ਕਸੂਰ ਨਹੀਂ ਨਾ। ਰਾਗ ਇੱਕ ਰੱਬੀ खुराक आ, वो परमात्मा ने सानू दात दित्ती आ। राग एक भांडा, उहदे विच जो मर्जी पा लो, गंदे लफज भावें चंगे लफज। क्यों आपां नूं पता ना अज राग आ जिहड़ा साडे संसार दे विच सचमुच ही वो सानू गलत सेध दे रहा गा, सचमुच ही वो काम वासना वाले पासे सानू लै जांदा। ब्याहां शादियां दे विच असीं आम ही वेख सकदे आ, बाजदे तां गीत ही है ना उत्थे भी, पर वो गीत गंदे ने ते गाया कास्ते आ साजां ते, उन्हां साजां ते बाणी गाई जांदी आ।
सोच के देखो उन्हां रागां दे विच ही बाणी गाई जाती। चलो गुरु नानक साहब जी कहंदे भी जिहड़ी तुहाडी सोच आ ना, चलो मैं सलाम करदा तुहाडी सोच नूं, सजदा करदा, बड़ी वधिया सोच आ भी राग नहीं गाउणा, राग गाउण ते इत्थे मनाही आ, क्योंकि राग दे विचों काम वासना उठदी आ। लोक माड़े काम करदे ने ते माड़े काम करन वाले फिर नाले तां आप दुखी हुंदे आ ते नाले होरां नूं दुखी करदे ने। पर मैं इसे राग विचों ना तुहानूं काम नहीं नाम चेते करवा देवांगा। इसे राग चों ना, ये बाबे नानक दी खासियत कह लो, इसे राग विचों काम नहीं नाम चेते करवा देवांगा। राम चेते आवेगा, रब चेते आवेगा। दस्तगीर हस पिया। चलो ठीक है कहदा, पर जिहड़ा कहदा तुसीं रब दा रौला पाई जाने हो, रब है भी कि उही रौला पाई जाने हो। हुण गुरु नानक साहब मुस्करा पे कहंदे दस्तगीर तू बगदाद दा पीर भी आ ते बगदाद दा तू चौधरी भी आ, मतलब दस्तगीर भी नुमाइंदा भी आ तू, तेरे कोले अहुदा भी बहुत वड्डा, अर्जा तेरे अधीन आ, हुक्म चा तैनूं पुछण दी, तेरे वर्गे लोकां नूं पुछण दी लोड़ पैगी, कमाल आ। हुण दस्तगीर कहंदा ना रब हैगा भी है कि उही रौला पाई जाने हो। गुरु साहब कहंदे हैगा, पर मैं ये सोचदा भी तेरे वर्गे लोकां नूं पुछना पै रिहा भी रब है। अच्छा जे वो है तां कित्थे आ? जे रब है तां कित्थे आ? गुरु साहब कहंदे आ कुदरत विच बसिया वे रब, रब है कुदरत विच बसिया, तेरे विच भी है, मेरे विच भी है, सब विच ही आ। पर दस्तगीर नहीं मनण नूं तैयार, हो कहंदा नहीं मैं नहीं इस गल नूं मनदागा। चलो गुरु साहब कहंदे कोई गल नहीं, चलो जे मान लो भी है भी तां ओह करदा की आ। हुण दस्तगीर ने इत्थे गुरु नानक साहब दे नाल चर्चा आरंभ की, क्योंकि आपां बड़े भागां वाले हैं। मैं सुभागा तुहाडा सारिਆਂ ਦਾ जीवन मन्नांगा, क्यों? क्योंकि आपां नूं गुरु नानक साहब दा जीवन है ना जिहड़ा ओह सुनन दा सुभाग मिलिया ते ओहनूं जिंदगी च कमाया भी। मेरे ख्याल मुताबक तुसीं एक बार गुरु नानक साहब दे जीवन तो ਚੱਲੋਗੇ ना, स्टार्ट होवोगे ते तुहानूं चारे उदासीआं ध्यान च आ जाणगीਆਂ भी इत्थे इत्थे आ कुਝ सुनिया ਅਸੀਂ। हुण धन गुरु नानक दे महाराज जी जिथे गए उत्थे चर्चा हुई आ। चर्चा समझते ना आपां, जिथे गए गुरु नानक साहब ने बहस नहीं की। माफ करना, एक बहस हुंदी है जिहदे चों लड़ाई निकल आउंदी आ, एक बहस हुंदी आ जिहड़ी नाल लड़ाई मिट जांदी आ। हुण सानू सारिਆਂ नूं गुरु साहब ने वो बहस करन दे लई कहा जिहड़ी नाल लड़ाई मिट जे। ते अज ज्यादा जोर बहस हो रही आ, पर उदों बाद डांग चल पैंदी आ। गुरु नानक साहब ने आ मत नहीं दिता, बहस कर, चर्चा कर, गोष्ठी कर, पर उहदे विचों इदां दे सवाल जवाब होण, साडी उत्थे लड़ाई मुक जे, साडी उत्थे दलील ना गल होवे। ते गुरु साहब ने पिछे भावें जोगियां नाल गल कीती आ, सिद्धा नाल गल कीती आ, चाहे किसी नाल भी गल कीती आ, हरद्वार गल कीती आ, चाहे वैष्णु साध नाल गल कीती, जिहदे नाल गल कीती, चर्चा कीती आ। गुरु साहब ने रज के बहस कीती आ। यही तां गल ही नहीं भी जिथे बहस ना कीती होवे, चर्चा कीती आ। हुण इत्थे चर्चा चल पई। हुण गुरु नानक साहब नूं दस्तगीर कहंदा चंगा फिर मेरे सवालां दे तू जवाब दे दे, ते उदों बाद आपां अगली गल करांगे। तुसीं गल कीती आ भी वो परमात्मा दा अंत नहीं पाया जा सकदा, ते मैं पुछदा भी रब है, दस नंबर मैनूं कित्थे आ? चलो जे है वो दिखा कित्थे आ, ते दिखाएगा ते वो करदा की है, सब कुछ विखा। हुण आपां सवाल आ जिहड़े वो नोट कर लईए। रब है, रब तो पहलां कौन आ? जे है ना उहदे तो पहलां कौन आ? जे रब है तां ओह करदा की आ? हुण गुरु नानक साहब नूं जदों सवाल कर दिते ना, गुरु नानक साहब मुस्कुरा के कहंदे दस्तगीर, कहंदे तेरे कोल माला पकड़ी भी आ? वो कहंदा हाँ पकड़ी भी आ, लो तुसीं भी लै सकदे हो, जे रब दा नाम जपना, वाहिगुरू भला करे, तुहानूं चाहीदी आ ना, लै सकदे होगे। नहीं मैं तां नहीं लैणी गी, मेरे तां कोई काम नहीं है, पर ये माला तुसीं मण के गिण के दिखाओ मैनूं।
ਹੁਣ ਦਸਤਗੀਰ ਮਣ ਕੇ ਮਾਲਾ ਦੇ ਗਿਣਨ ਲੱਗ ਗਿਆ। ਕਹਿੰਦਾ 1 2 3 4 5। ਗੁਰੂ ਨਾਨਕ ਸਾਹਿਬ ਕਹਿੰਦੇ ਗਲਤ ਗਿਣ ਰਿਹਾ, ਦੁਬਾਰਾ ਗਿਣ। ਦਸਤਗੀਰ ਪਰੇਸ਼ਾਨ, ਕਹਿੰਦਾ ਹਜੇ ਮੈਂ 1 ਤੋਂ 5 ਤੱਕ ਹੀ ਆਇਆ ਤੇ ਇਹਦੇ ਚ ਗਲਤੀ ਕੀ ਹੈ, ਕਿੱਥੇ ਆ ਗਈ? ਚਲੋ ਕੋਈ ਨਾ, ਦੁਬਾਰੇ ਗਿਣ ਲੈਣੇ, ਹੋ ਸਕਦਾ ਧਿਆਨ ਚੋਂ ਗੱਲ ਨਿਕਲ ਗਈ ਹੋਵੇ ਕੋਈ। ਦਸਤਗੀਰ ਕਹਿੰਦਾ 1 2 3। ਗੁਰੂ ਸਾਹਿਬ ਕਹਿੰਦੇ ਗਲਤ ਆ, ਰੁਕ ਜਾ। ਦਸਤਗੀਰ ਕਹਿੰਦਾ ਦੇਖੋ ਜੀ, ਮੇਰੇ ਮੁਤਾਬਕ ਮੈਂ ਸਹੀ ਆ, ਪਰ ਜਦੋਂ ਮੈਂ ਗਲਤ ਹੋਇਆ ਨਾ, ਮੇਰੀ ਗਲਤੀ ਦੱਸ ਦਿਓ, ਉੱਥੇ ਮੈਂ ਰੁਕ ਜਾਊਂਗਾ। ਗਲਤੀ ਦੱਸਿਓ, ਉੱਥੇ ਰੁਕ ਜਾਊਂ ਮੈਂ। ਪਰ ਮੈਂ ਤਾਂ ਗਿਣੀਆਂ 3 ਨੇ, ਪਹਿਲਾਂ 5 ਗਿਣੀਆਂ ਤਾਂ ਰੋਕਤਾ, 3 ਗਿਣੀਆਂ ਤਾਂ ਰੋਕਤਾ, ਗਲਤੀ ਦੱਸ ਕੇ ਮੈਨੂੰ ਫਿਰ ਰੋਕਿਓ। ਗੁਰੂ ਸਾਹਿਬ ਕਹਿੰਦੇ ਚੱਲ। ਦਸਤਗੀਰ ਕਹਿੰਦਾ 1। ਬਾਬਾ ਨਾਨਕ ਕਹਿੰਦਾ ਗਲਤ ਗਿਣਤਾ, ਰੁਕ ਜਾ। ਦਸਤਗੀਰ ਹੈਰਾਨ, ਕਹਿੰਦਾ ਗਲਤੀ ਦੱਸ। ਗੁਰੂ ਨਾਨਕ ਸਾਹਿਬ ਕਹਿੰਦਾ 1 ਤੋਂ ਪਹਿਲਾਂ ਦੱਸ ਕੀ ਆ। 1 ਤੋਂ ਪਹਿਲਾਂ ਹੁਣ ਜਵਾਬ ਸੀ 1 ਤੋਂ ਪਹਿਲਾਂ ਕੀ ਆ। ਪ੍ਰਸ਼ਨ ਸੀ ਗੁਰੂ ਨਾਨਕ ਸਾਹਿਬ ਨੂੰ ਜੋ ਕੀਤਾ ਵੀ ਉਹ ਪਰਮਾਤਮਾ ਤੋਂ ਪਹਿਲਾਂ ਕੌਣ ਆ। ਜੇ ਪਰਮਾਤਮਾ ਹੈ ਨਾ, ਉਹਦੇ ਤੋਂ ਪਹਿਲਾਂ ਕੌਣ ਆ। ਹੁਣ ਦਸਤਗੀਰ ਕਹਿੰਦਾ ਵੈਸੇ ਤਾਂ ਕਹਿੰਦਾ ਜੀ 1 ਤੋਂ ਪਹਿਲਾਂ 1 ਹੀ ਆ। 1 ਤੋਂ ਪਹਿਲਾਂ 1 ਹੀ ਆ। ਚਲੋ ਜੇ ਆਪਾਂ ਹੋਰ ਥੋੜਾ ਜਿਹਾ ਪਿੱਛੇ ਜਾਈਏ, 1 ਤੋਂ ਪਹਿਲਾਂ 0 ਆ। ਆਪਣਾ ਵੀ ਸਾਰਿਆਂ ਦਾ ਸਵਾਲ ਦਾ ਜਵਾਬ ਇਹ ਹੋਊਗਾ 1 ਤੋਂ ਪਹਿਲਾਂ 0 ਆ। ਜਿਹੜੀ 0 ਆ ਉਹ 0 ਬਿਲਕੁਲ ਚੁੱਪ ਆ, ਜਿਹਨੂੰ ਆਪਾਂ ਸਾਇਲੈਂਟ ਕਹਿ ਦਈਏ ਨਾ, ਉਹ ਬੋਲਦੀ ਨਹੀਂ। ਪਰ 0 ਦੇ ਵਿੱਚ ਸਾਰੀ ਗਿਣਤੀ ਸਮਾਈ ਹੋਈ ਆ। ਜਿਹੜੀ 0 ਆ ਨਾ, 0 ਦੇ ਵਿੱਚ ਸਾਰੀ ਗਿਣਤੀ ਸਮਾਈ ਹੋਈ ਆ। 0 ਨਾਲ ਜੁੜ ਕੇ ਗਿਣਤੀ ਵਧੀ ਜਾਂਦੀ ਆ। 0 ਨਾਲ ਜੁੜ ਕੇ ਗਿਣਤੀ ਵਧਦੀ ਹੈ ਨਾ, 0 ਤੋਂ ਸਟਾਰਟਿੰਗ ਆ ਗਈ ਤੇ 0 ਦੇ ਨਾਲ ਸਾਰੀ ਗਿਣਤੀ ਦੀ ਅਟੈਚਮੈਂਟ ਆ ਗਈ, ਜੁੜੀ ਹੋਈ ਆ। ਇਵੇਂ ਜਿਵੇਂ ਪਰਮਾਤਮਾ ਇੱਕ ਹੈ, ਪਰਮਾਤਮਾ ਤੋਂ ਪਹਿਲਾਂ ਭਾਵ ਉਹ ਖੁਦ ਆਪ ਪਰਮਾਤਮਾ ਹੈ। ਪਰਮਾਤਮਾ ਇੱਕ 0 ਵਰਗਾ ਹੈ, 0 ਵਰਗਾ ਹੈ, ਜਿਹਦੇ ਵਿੱਚ ਸਾਰੀ ਦੁਨੀਆ ਸਮਾਈ ਹੋਈ ਆ। ਸਾਚੇ ਤੇ ਪਵਣਾ ਭਇਆ, ਪਵਣਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ। ਘਟ ਘਟ ਜੋਤ ਸਮੋਏ। ਜਿਹੜਾ ਘਟ ਆ ਨਾ, ਇਹ ਗਿਣਤੀ ਆ। ਜੋਤ ਸਮੋਏ, ਸਾਰੀਆਂ ਜੋਤਾਂ ਉਹ ਪਰਮਾਤਮਾ ਨਾਲ ਅਟੈਚ ਨੇ। ਭਾਵੇਂ ਕੀੜੀ ਆ, ਭਾਵੇਂ ਹਾਥੀ ਆ, ਭਾਵੇਂ ਮਨੁੱਖ, ਛੋਟਾ ਭਾਵੇਂ ਵੱਡਾ, ਕੋਈ ਵੀ ਆ, ਸਭ ਉਹ ਪਰਮਾਤਮਾ ਨਾਲ ਜੁੜੇ ਹੋਏ ਨੇ। ਅਟੈਚਮੈਂਟ ਆ। ਕਿਸੇ ਨੂੰ ਪਤਾ ਲੱਗ ਜਾਂਦਾ, ਕਿਸੇ ਨੂੰ ਪਤਾ ਨਹੀਂ ਲੱਗਦਾਗਾ। ਦੂਸਰਾ ਸਵਾਲ, ਫਿਰ ਰੱਬ ਵਿਖਾ। ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਫਿਰ ਇਉਂ ਕਰ, ਇੱਕ ਦੁੱਧ ਦਾ ਗੜਬਾ ਮੰਗਵਾ। ਦੁੱਧ ਦਾ ਗੜਬਾ ਮੰਗਵਾ ਲਾ। ਦਸਤਗੀਰ ਨੇ ਸੋਚਿਆ ਪੀਣਾ ਹੋਊਗਾ, ਕੋਈ ਗੱਲ ਨਹੀਂ ਮੰਗਵਾ ਦਿੰਨੇ ਆਂਗੇ। ਦਸਤਗੀਰ ਨੇ ਦੁੱਧ ਮੰਗਵਾ ਲਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਦਸਤਗੀਰ, ਇਹ ਦੁੱਧ ਵਿੱਚ ਮੱਖਣ ਆ। ਇਹ ਦੁੱਧ ਦੇ ਵਿੱਚ ਕੀ ਆ? ਮੱਖਣ ਆ। ਤੈਨੂੰ ਪੱਕਾ ਪਤਾ ਹੈ ਵੀ ਮੱਖਣ ਹੈਗਾਗਾ? ਦਸਤਗੀਰ ਕਹਿੰਦਾ ਵੀ ਦੇਖੋ ਜੀ, ਤਾਂ 100% ਵਿਸ਼ਵਾਸ ਆ ਨਾ ਵੀ ਦੁੱਧ 'ਚ ਮੱਖਣ ਹੈ। ਇਹ ਪੁੱਛਣ ਵਾਲੀ ਕਿਹੜੀ ਗੱਲ ਆ? ਇਹ ਤਾਂ ਪੱਕਾ ਹੀ ਪਤਾ ਨਾ, ਸਭ ਨੂੰ ਪਤਾ। ਤੇ ਗੁਰੂ ਨਾਨਕ ਸਾਹਿਬ ਨੇ ਦੁੱਧ ਵਿੱਚ ਆਪਣਾ ਹੱਥ ਪਾਇਆ ਤੇ ਇਦਾਂ ਹੱਥ ਪਾ ਕੇ ਕਹਿੰਦੇ ਵੀ ਮੈਨੂੰ ਮੱਖਣ ਤੱਕ ਤੇ ਦਿੰਦਾ ਨਹੀਂਗਾ। ਦਸਤਗੀਰ ਹੱਸ ਪਿਆ, ਕਹਿੰਦਾ ਭਲਿਆ, ਦੁੱਧ ਵਿੱਚ ਮੱਖਣ ਇਉਂ ਨਹੀਂ ਦਿੰਦਾ। ਦੁੱਧ ਨੂੰ ਪਹਿਲਾਂ ਟਿਕਾਉਣਾ ਪੈਂਦਾ। ਟਿਕਾਉਣ ਤੋਂ ਭਾਵ ਜਮਾਉਣਾ ਪੈਂਦਾ। ਜਦੋਂ ਜੰਮ ਗਿਆ ਨਾ, ਫਿਰ ਇਹਦੇ 'ਚ ਮਧਾਣੀ ਪਾਉਣੀ ਪੈਂਦੀ ਹੈ, ਰਿੜਕਣਾ ਪੈਂਦਾ। ਜਦੋਂ ਰਿੜਕਿਆ ਗਿਆ, ਮੱਖਣ ਆਪੇ ਉੱਪਰ ਆ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਸਵਾਲ ਦਾ ਜਵਾਬ ਇਹੀ ਆ, ਪੂਰੀ ਮਨੁੱਖਤਾ ਦੁੱਧ ਆ। ਪੂਰੀ ਮਨੁੱਖਤਾ ਦੁੱਧ ਆ ਤੇ ਇਹ ਦੁੱਧ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਮੱਖਣ ਦੇ ਰੂਪ ਵਿੱਚ। ਬਸ ਇਸ ਮਨੁੱਖਤਾ ਦੇ ਵਿੱਚੋਂ, ਖੁਦ ਤੇਰੇ ਵਿੱਚੋਂ, ਮਤਲਬ ਤੇਰੇ ਆਪਣੇ ਵਿੱਚੋਂ
ਉਹ ਪਰਮਾਤਮਾ ਮੱਖਣ ਦੇ ਰੂਪ ਚ ਤਦ ਪ੍ਰਗਟ ਹੋਵੇਗਾ ਜਦੋਂ ਤੂੰ ਆਪਣੇ ਮਨ ਨੂੰ ਟਿਕਾ ਲੇਗਾ। ਜਿੰਨਾ ਟਾਈਮ ਤੇਰਾ ਮਨ ਟਿਕਦਾ ਨਹੀਂ ਨਾ, ਉਹਨਾਂ ਟਾਈਮ ਤੈਨੂੰ ਮਨੁੱਖਤਾ ਵਿੱਚੋਂ ਨਾ ਤੈਨੂੰ ਆਪਣੇ ਵਿੱਚੋਂ ਉਹ ਪਰਮਾਤਮਾ ਨਜ਼ਰ ਨਹੀਂ ਆਵੇਗਾ। ਇਹ ਤੇਰੇ ਸਵਾਲ ਦਾ ਜਵਾਬ ਆ, ਖੁਦ ਤੇਰੇ ਮੁੱਖੋਂ ਹੀ ਜਵਾਬ ਆ। ਦਸਤਗੀਰ ਮੰਨ ਗਿਆ ਵੀ ਭਾਵ ਜਿਵੇਂ ਦੁੱਧ ਦੇ ਵਿੱਚੋਂ ਸਿੱਧੇ ਤੌਰ ਤੇ ਮੱਖਣ ਨਹੀਂ ਦਿੰਦਾ ਨਾ, ਇਵੇਂ ਜਿਵੇਂ ਆ ਅੱਖਾਂ ਦੇ ਨਾਲ ਸਾਨੂੰ ਸੰਸਾਰ ਚੋਂ ਰੱਬ ਨਹੀਂ ਦਿੰਦਾ, ਪਰ ਰੱਬ ਸੰਸਾਰ ਦੇ ਵਿੱਚ ਹੀ ਸਮਾਇਆ ਪਿਆ। ਆਪਣੇ ਮਨ ਨੂੰ ਟਿਕਾਉਣ ਦੀ ਲੋੜ ਆ। ਜਿਸ ਦਿਨ ਮਨ ਟਿਕ ਗਿਆ ਉਸ ਦਿਨ ਉਹ ਪਰਮਾਤਮਾ ਸਾਨੂੰ ਮਿਲ ਜਾਵੇਗਾ। ਇਹ ਗੱਲ ਚੇਤੇ ਰੱਖਿਓ, ਜਿੰਨਾ ਅਸੀਂ ਗੁਰਬਾਣੀ ਦੇ ਨੇੜੇ ਹੋਵਾਂਗੇ ਉਹਨਾਂ ਸਾਡਾ ਮਨ ਟਿਕੂਗਾ। ਇਹ ਗਲਤ ਕੰਮਾਂ ਤੋਂ ਰੁਕ ਜੂਗਾ, ਗਲਤ ਖਿਆਲ ਆਉਣੋਂ ਹਟ ਜਾਣਗੇ, ਗਲਤ ਕੰਮ ਕਰਨੋਂ ਬੰਦਾ ਹਟ ਗਿਆ, ਬੰਦੇ ਦਾ ਮਨ ਟਿਕ ਗਿਆ। ਮਨ ਟਿਕਣ ਦੀ ਨਿਸ਼ਾਨੀ ਇਹ ਨਹੀਂ ਹੈ ਵੀ ਚੁੱਪਚਾਪ ਸੁਨਸਾਨ ਹੋ ਕੇ ਬੈਠ ਗਏ। ਇਹ ਕੰਮ ਤਾਂ ਪਹਾੜਾਂ ਵਿੱਚ ਬੈਠੇ ਜੋਗੀ ਵੀ ਕਰਦੇ ਸੀ। ਬਾਬੇ ਨਾਨਕ ਨੇ ਥੱਲੇ ਮੋੜਿਆ ਨੂੰ, ਉਤਰਿਓ ਥੱਲੇ ਉਤਰਿਓ। ਭਾਵ ਮਨ ਨੂੰ ਟਿਕਾਉਣਾ ਜ਼ਰੂਰੀ ਆ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਪਣੇ ਆਪ ਨੂੰ ਸਾਵਧਾਨ ਕਰਨਾ, ਮਨ ਕਰਕੇ ਚੰਗੇ ਮੰਦੇ ਦੀ ਪਰਖ ਹੋਣੀ, ਇਹ ਜ਼ਰੂਰੀ ਆ। ਪਰ ਸਾਨੂੰ ਅੱਜ ਵਾਹਿਗੁਰੂ ਭਲਾ ਕਰੇ ਬਹੁਤ ਘੱਟ ਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਸਾਨੂੰ ਚੰਗੇ ਤੇ ਮੰਦੇ ਦੀ ਪਰਖ ਆ ਜਾਵੇ। ਸਾਡਾ ਮਨ ਆ ਨਾ ਜਿਹੜਾ ਉਹ ਟਿਕ ਜਾਵੇ। ਅਸੀਂ ਗੁਰੂ ਦੇ ਜਿਉਂ-ਜਿਉਂ ਨੇੜੇ ਜਾਈਏ ਸਾਡਾ ਮਨ ਟਿਕੇ। ਪਰ ਅੱਜ ਤਾਂ ਵੰਡੀਆਂ ਪੈ ਗਈਆਂ, ਪਤਾ ਨਾ ਪਰ ਅੱਜ ਸਾਡੇ ਜੀਵਨ ਵਿੱਚ ਸਾਡੇ ਨਾਲ ਇਦਾਂ ਦੀਆਂ ਵੰਡੀਆਂ ਪੈ ਗਈਆਂ ਵੀ ਅਸੀਂ ਗੁਰੂ ਦੇ ਨੇੜੇ ਹੋਣ ਦੀ ਬਜਾਏ ਦੂਰ ਹੋਏ ਪਏ ਆ। ਜੇ ਨਹੀਂ ਹੋਇਆ ਤਾਂ ਦੇਖ ਲਓ, ਕੋਈ ਇਦਾਂ ਦੇ ਖਿਆਲ ਬਣ ਗਏ, ਮੇਰੀ ਗ੍ਰੰਥੀ ਨਾਲ ਨਹੀਂ ਬਣਦੀ, ਮੇਰੀ ਪ੍ਰਬੰਧਕਾਂ ਨਾਲ ਨਹੀਂ ਬਣਦੀ, ਮੇਰੀ ਉੱਥੋਂ ਦੇਗ ਵੰਡਣ ਵਾਲੇ ਨਾਲ ਨਹੀਂ ਬਣਦੀ, ਮੇਰੀ ਉੱਥੇ ਦੇ ਚੌਕੀਦਾਰ ਨਾਲ ਨਹੀਂ ਬਣਦੀ। ਆ ਸਾਡੀ ਭਾਵਨਾ। ਮੈਂ ਕਿਉਂ ਝਾੜੂ ਮਾਰਾ, ਲੈ ਮੇਰੀ ਤਾਂ ਇਹ ਗੁਰਦੁਆਰਾ ਨਾਲ ਥੋੜੀ ਆ, ਮੇਰੀ ਤਾਂ ਉਹ ਫਲਾਣੇ ਗੁਰਦੁਆਰਾ ਨਾਲ ਨਜ਼ਾਰੀ ਆ। ਕਿ ਆ ਸਾਡੀ ਭਾਵਨਾ। ਗੁਰੂ ਦੇ ਨੇੜੇ ਸੀ ਕਿਵੇਂ ਹੋਵਾਂਗੇ? ਇਹੀ ਖਿਆਲ ਆ ਨਾ। ਹੁਣ ਸੋਚ ਕੇ ਵੇਖੋ ਸਾਡਾ ਸੁਭਾਅ ਕਿੱਥੋਂ ਤੱਕ ਰੁਕ ਗਿਆ। ਹੁਣ ਟਿਕਾ ਵੇਖੋ ਕਿਵੇਂ ਆਵੇਗਾ। ਨਹੀਂ, ਕਦੇ ਵੀ ਨਹੀਂ ਆ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨ ਸਾਡਾ ਗੁਰੂ ਨਾਲ ਜੁੜ ਗਿਆ ਨਾ, ਗੁਰੂ ਦੇ ਨੇੜੇ ਹੋਣ ਕਰਕੇ ਹੀ ਅਸੀਂ ਗਲਤ ਕੰਮਾਂ ਤੋਂ ਬਚ ਸਕਦੇ ਹਾਂ। ਮਨ ਟਿਕ ਗਿਆ, ਬਸ ਸਾਨੂੰ ਪਰਮਾਤਮਾ ਸਾਡੇ ਅੰਦਰੋਂ ਖੁਦ ਵਿੱਚੋਂ ਹੀ ਨਜ਼ਰ ਆਵੇਗਾ ਤੇ ਮਨੁੱਖਤਾ ਦੇ ਵਿੱਚੋਂ ਨਜ਼ਰ ਆਵੇਗਾ। ਚਲੋ ਦਸਤਗੀਰ ਮੰਨ ਗਿਆ, ਕਿੰਨਾ ਚੰਗਾ ਸੀ ਹਨਾ, ਜਿਹੜਾ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਕੇ ਨਾ ਮੰਨ ਗਿਆ। ਅਗਲਾ ਸਵਾਲ, ਦਸਤਗੀਰ ਚੰਗਾ ਕਹਿੰਦਾ ਫਿਰ ਐਂ ਦੱਸ ਦੇ, ਮੈਨੂੰ ਪਤਾ ਲੱਗ ਗਿਆ ਇੱਕ ਤੋਂ ਪਹਿਲਾਂ ਇੱਕ ਹੀ ਆ, ਪਰਮਾਤਮਾ ਖੁਦ ਹੀ ਆ ਨਾ। ਅਗਲੀ ਗੱਲ ਆ, ਉਹ ਵਾਹਿਗੁਰੂ ਪਾਤਸ਼ਾਹ ਨਜ਼ਰ ਨਹੀਂ ਸੀ ਆ ਰਿਹਾ। ਮੈਨੂੰ ਪਰਖ ਵੀ ਹੋ ਗਈ ਇਸ ਗੱਲ ਦੀ ਵੀ ਉਹ ਮਨੁੱਖਤਾ 'ਚ ਸਮਾਇਆ ਹੋਇਆਗਾ। ਮਨੁੱਖਤਾ ਦੇ ਵਿੱਚੋਂ ਖੁਦ ਮੇਰੇ ਵਿੱਚੋਂ ਉਹਨੂੰ ਮਿਹਨਤ ਦੇ ਨਾਲ ਵੇਖਣਾ ਪਵੇਗਾ। ਤੇ ਤੀਜਾ ਸਵਾਲ, ਉਹ ਕਰਦਾ ਕੀ ਹੈ? ਉਹ ਪਰਮਾਤਮਾ ਕਰਦਾ ਕੀ ਹੈਗਾ? ਤੀਜਾ ਸਵਾਲ ਇਹੀ ਹੈ ਨਾ। ਗੁਰੂ ਨਾਨਕ ਸਾਹਿਬ ਮੁਸਕਰਾ ਪਏ, ਹੱਸ ਪਏ, ਕਹਿੰਦੇ ਤੈਨੂੰ ਪਤਾ ਨਾ ਤੂੰ ਬਹੁਤ ਸਿਆਣਾ, ਤਾਈਓ ਅਸੀਂ ਤੇਰੇ ਕੋਲੇ ਆਏ ਆ। ਤੂੰ ਇਵੇਂ ਕੋਈ ਆਮ ਬੰਦਾ ਨਹੀਂ ਹੈ, ਤੂੰ ਬੜਾ ਖਾਸ ਬੰਦਾ, ਤੇਰੇ ਨਾਲ ਬੜੀ ਮਨੁੱਖਤਾ ਦਾ ਪੱਖ ਜੁੜਿਆ ਹੋਇਆ। ਤੈਨੂੰ ਪਤਾ ਨਾ ਵੀ ਜਿਹੜਾ ਕੁਝ ਸਿਖਾਉਣ ਵਾਲਾ ਹੁੰਦਾ ਉਹ ਕਿੱਥੇ ਹੁੰਦਾਗਾ? ਟੀਚਰ ਕੁਰਸੀ ਤੇ ਹੁੰਦਾ ਨਾ, ਵਿਦਿਆਰਥੀ ਹੇਠਾਂ ਹੁੰਦਾਗਾ। ਦਸਤਗੀਰ ਦੇਖ, ਤੂੰ ਸਾਨੂੰ ਹਰੇਕ ਸਵਾਲ ਪੁੱਛੀ ਜਾਂਦਾ, ਅਸੀਂ ਤੈਨੂੰ ਜਵਾਬ ਦੇਈ ਜਾਂਦੇ ਆ, ਪਰ ਮੈਨੂੰ ਨਹੀਂ ਲੱਗਦਾਗਾ ਵੀ ਤੇਰੇ ਜਵਾਬ ਦੇਣ ਵਾਲੇ ਦਾ ਸਤਿਕਾਰ ਨਾ ਹੋਵੇ। ਤੇ ਤੈਨੂੰ ਵੀ ਸਤਿਕਾਰ ਕਰਨਾ ਤਾਂ ਬਣਦਾ ਨਾ। ਦੇਖ, ਗੌਰ ਕਰਕੇ ਵੇਖ, ਤੂੰ ਸਵਾਲ ਕਰ ਰਿਹਾ ਬੱਚੇ ਦੇ ਰੂਪ 'ਚ, ਇੱਕ ਵਿਦਿਆਰਥੀ ਦੇ ਰੂਪ 'ਚ, ਅਸੀਂ ਤੈਨੂੰ ਜਵਾਬ ਦੇ ਰਹੇ ਹਾਂ। ਦਸਤਗੀਰ ਨੂੰ ਥੋੜੀ ਜਾਗ ਅੰਦਰੋਂ ਵੀ ਗੱਲ ਤਾਂ ਪੱਕੀ ਆ ਵੀ ਮੈਂ ਵਾਰ-ਵਾਰ ਸਵਾਲ ਕਰ ਰਿਹਾ ਤੇ ਇਹ ਮੈਨੂੰ ਸਵਾਲ ਦਾ ਜਵਾਬ ਦੇ ਰਹੇ ਨੇ। ਉਹ ਵਿਚਾਰਾ ਥੱਲੇ ਬੈਠਾ, ਭੁੰਜੇ ਬੈਠਾ, ਤੇ ਮੈਂ ਕੁਰਸੀ ਤੇ ਬੈਠਾਂਗਾ, ਉੱਚੇ ਥਾਂ ਤੇ ਬੈਠਾ ਨਾ। ਕਹਿੰਦਾ ਜੀ ਮਾਫੀ ਚਾਹੁੰਦਾ, ਗਲਤੀ ਹੋ ਗਈ, ਕਿਰਪਾ ਕਰੋ ਤੁਸੀਂ ਥੱਲੇ ਨਾ ਬੈਠੋ, ਤੁਸੀਂ ਉੱਤੇ ਆਓ ਤੇ ਮੈਂ ਹੇਠਾਂ ਬੈਠ ਜਾਣਾ।
ਤੇ ਕਈ ਵਾਰ ਨਾ ਸਿਆਣਾ ਬੱਚਾ ਹੁੰਦਾ ਜਿਹੜਾ ਉਹ ਆਪਣੇ ਟੀਚਰ ਜਾਂ ਆਪਣੇ ਵੱਡੇ ਦੇ, ਸਿਆਣਾ ਬੱਚਾ, ਸਿਆਣੀਆਂ ਭੈਣਾਂ, ਸਿਆਣੇ ਵੀਰ ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਜਾਣਕਾਰੀ ਹੁੰਦੀ ਆ, ਉਹ ਦੌਣਾ ਵਾਲੇ ਪਾਸੇ, ਪੈਣਾ ਵਾਲੇ ਪਾਸੇ ਨਾ ਆਪ ਬੈਠਣਗੇ ਤੇ ਸਰਹਾਣੇ ਵਾਲੇ ਪਾਸੇ ਆਪਣੇ ਤੋਂ ਵੱਡੇ ਨੂੰ ਬਿਠਾਉਣਗੇ। ਇਹ ਸਿਆਣੇ ਬੰਦੇ ਦੀ ਨੌਲੇਜ ਹੁੰਦੀ ਆ, ਉਹਨੂੰ ਗਿਆਨ ਹੁੰਦਾ ਇਸ ਗੱਲ ਦਾ ਵੀ ਨਹੀਂ ਯਾਰ ਮੈਂ ਪੈਣਾ ਵਾਲੇ ਪਾਸੇ ਬੈਠ ਜਾਊਂਗਾ। ਤੇ 9ਵੇਂ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਦੋਂ ਗੋਬਿੰਦ ਰਾਏ ਬਚਪਨ ਦੇ ਵਿੱਚ ਸੀ, ਆਪਾਂ ਨੂੰ ਪਤਾ ਨਾ ਗੁਰੂ ਪਾਤਸ਼ਾਹ ਦੀਆਂ ਛੋਟੇ ਹੁੰਦਿਆਂ ਨੇ ਵਾਹਿਗੁਰੂ ਮੌਕੇ ਦੇ ਰਾਜੇ ਦੀਆਂ ਚਿੜਾਂ ਪੜਾਈਆਂ, ਜਿਹਨੂੰ ਆਪਾਂ ਚਿੱਬੀਆਂ ਕਹਿੰਦੇ ਆ ਬੱਚੇ। ਤੇ ਉਹ ਜਦੋਂ ਲਾਂਭਾ ਲੈ ਗਿਆ ਗੁਰੂ ਮਾਤਾ ਗੁਜਰੀ ਕੌਰ ਕੋਲ ਨਾ, ਤੇ ਉਦੋਂ 9ਵੇਂ ਪਾਤਸ਼ਾਹ ਨੇ ਇੱਕ ਪੱਤਰਕਾਰ ਲਿਖ ਕੇ ਭੇਜੀ ਸੀ ਉਦੋਂ ਪਹਿਲਾਂ, ਕਿਹੜੀ ਵੀ ਜਦੋਂ ਵੀ ਕੋਈ ਆਵੇ ਮੇਰੇ ਪੁੱਤ ਦੇ ਪੈਣਾ ਵਾਲੇ ਪਾਸੇ ਬਹਾਇਓ, ਸਰਹਾਣੇ ਵਾਲੇ ਪਾਸੇ ਨਾ ਦਿਓ, ਮਤਲਬ ਸਰਹਾਣੀ ਨਾ ਦਿਓ, ਪੌਂਦੀ ਦਿਓ। ਗੁਰੂ ਪਾਤਸ਼ਾਹ ਨੇ ਇੱਕ ਲਾਈਨ ਐਡ ਕੀਤੀ ਹੈ, ਮੇਰੇ ਪੁੱਤ ਨੂੰ ਨਾ ਸਰਹਾਣੇ ਵਾਲੇ ਪਾਸੇ ਰੱਖਿਓ, ਪੈਣਾ ਵਾਲੇ ਪਾਸੇ ਨਹੀਂ ਬਹਾਉਣਾ। ਇਹ ਬਹੁਤ ਵੱਡਾ, ਛੋਟਾ ਨਹੀਂ ਹੈ। ਤੇ ਇੱਥੇ ਜਿਹੜਾ ਸਿਆਣਾ ਬੰਦਾ, ਸਿਆਣਾ ਵਿਅਕਤੀ ਹੈ ਨਾ, ਉਹ ਪੈਣਾ ਵਾਲੇ ਪਾਸੇ ਬਹਿੰਦਾ। ਜਿਹੜਾ ਸਿਆਣਾ ਬੱਚਾ ਹੈਗਾ ਉਹ ਹੇਠਾਂ ਬੈਠੂਗਾ, ਟੀਚਰ ਆ ਜਿਹੜਾ ਉਹ ਉੱਤੇ ਬਹਿੰਦਾ ਹੈਗਾ। ਹੁਣ ਦਸਤਗੀਰ ਨੂੰ ਥੋੜੀ ਜਿਹੀ ਅਕਲ ਆਈ, ਮਤਲਬ ਜਾਗ ਆਈ, ਉਹ ਕਹਿੰਦਾ ਜੀ ਗਲਤੀ ਹੋ ਗਈ, ਤੁਸੀਂ ਉੱਪਰ ਆਓ ਕੁਰਸੀ ਤੇ ਮੈਂ ਹੇਠਾਂ ਬਹਿਣਾ। ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਠੀਕ ਆ ਭਾਈ। ਹੁਣ ਗੁਰੂ ਨਾਨਕ ਸਾਹਿਬ ਕੁਰਸੀ ਤੇ ਬਹਿੰਦੇ ਨੇ, ਮੰਨ ਲਓ ਉੱਚੇ ਥਾਂ 'ਚ ਬਹਿ ਗਏ ਤੇ ਦਸਤਗੀਰ ਹੇਠਾਂ ਬਹਿ ਗਿਆ। ਸਵਾਲ ਫਿਰ ਉਹੀ ਰਿਪੀਟ ਕਰ ਦਿੱਤਾ, ਕਹਿੰਦਾ ਜੀ ਉਹ ਕਰਦਾ ਕੀ ਆ? ਤੇ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਸਵਾਲਾਂ ਦੇ ਜਵਾਬ ਮੈਥੋਂ ਹੀ ਪੁੱਛੀ ਜਾਨਾ, ਕੋਈ ਥੋੜਾ ਬਹੁਤਾ ਆਪ ਵੀ ਦਿਮਾਗ ਲੜਾ ਲਾ। ਜਿਵੇਂ ਆਪਾਂ ਆਮ ਹੀ ਕਹਿੰਦੇ ਆ ਭਾਈ ਮਾੜਾ ਮੋਟਾ ਆਪ ਵੀ ਹਿੰਮਤ ਕਰ, ਤੈਨੂੰ ਕੁਛ ਨਾ ਕੁਛ ਪਤਾ ਲੱਗੇ। ਜਦੋਂ ਇਦਾਂ ਕਹਿੰਦਾ ਸਾਰੇ ਸਵਾਲ ਮੈਨੂੰ ਹੀ ਪੁੱਛੀ ਜਾਨਾ, ਕਹਿੰਦਾ ਪਾਤਸ਼ਾਹ ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਨਾ ਸਵਾਦ ਬੜਾ ਆਈ ਜਾਂਦਾ, ਭਾਵੇਂ ਮੈਂ ਇਸ ਗੱਲ ਦਾ ਜਵਾਬ ਲੱਭ ਲੂੰ, ਤੁਹਾਡੀ ਕਿਰਪਾ ਹੋਊਗੀ ਨਾ ਲੱਭ ਲੂੰਗਾ, ਪਰ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਰਸ ਬੜਾ ਆ ਰਿਹਾ, ਸਵਾਦ ਬੜਾ ਆ ਰਿਹਾ, ਕਿਰਪਾ ਕਰਕੇ ਜਵਾਬ ਤੁਸੀਂ ਹੀ ਦੇ ਦਿਓ। ਜਦੋਂ ਇਹ ਗੱਲ ਕਹੀ ਨਾ, ਗੁਰੂ ਨਾਨਕ ਸਾਹਿਬ ਕਹਿੰਦਾ ਫਿਰ ਤੇਰੇ ਵਰਗੇ ਬਾਹਲੇ ਸਿਆਣਿਆਂ ਨੂੰ ਨਾ ਉਹ ਭੁੰਜੇ ਬਹਾ ਆਂਦਾ, ਤੇ ਮੇਰੇ ਵਰਗਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਹੁਣੀ ਕਿਹਾ ਸੀ ਇਹਦੇ ਰੋੜੇ ਮਾਰੋ, ਤੇਰੇ ਸ਼ਹਿਰ ਦੇ ਵਿੱਚ ਰਹਿਣ ਵਾਲਿਆਂ ਨੇ ਮੰਦੇ ਲਫ਼ਜ਼ ਵੀ ਬੋਲੇ, ਤੇ ਮੇਰੇ ਵਰਗੇ ਪਾਗਲਾਂ ਨੂੰ ਉਹ ਕੁਰਸੀ ਤੇ ਬਹਾ ਆਂਦਾਗਾ। ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਨਾ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ। ਇਹ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਐਸੀ ਕਿਰਪਾ, ਐਸੀ ਬਖਸ਼ਿਸ਼ ਹੁੰਦੀ ਆ, ਉਹ ਭਿਖਾਰੀ ਨੂੰ ਰਾਜ ਕਰਾਉਣ ਦਾ ਤੇ ਰਾਜੇ ਨੂੰ ਭਿਖਾਰੀ ਬਣਾਉਣ ਦਾ। ਖਲ ਮੂਰਖ ਜਿਹੜਾ ਬਿਲਕੁਲ ਜੜ ਮੂਰਖ ਹੈਗਾ, ਜੜ ਮੂਰਖ ਨੂੰ ਸਿਆਣਾ ਬਣਾਉਣ ਦਾ ਤੇ ਸਿਆਣਿਆਂ ਨੂੰ ਕਮਲੇ ਬਣਾਉਣ ਦਾ। ਸੁਲਤਾਨੋਂ ਘਾ ਕਰਾਇਂਦਾ, ਦਰ ਮੰਗਣ ਭਿੱਖ ਨਾ ਪਾਇਂਦਾ, ਉਹ ਐਸੀ ਖੇਡ ਆਪ ਵਰਤਾ ਜਾਂਦਾ। ਅੱਜ ਦੇ ਹਾਲਾਤ ਇਉਂ ਲੱਗਦੇ ਆ ਨਾ ਵੀ ਪਰਮਾਤਮਾ ਜਿਹੜਾ ਹੈ ਉਹ ਬਿਲਕੁਲ ਇਦਾਂ ਹੀ ਕਰਦਾ ਹੈਗਾ। ਉਹ ਹਾਲਾਤ ਅੱਜ ਦੇ ਕੀ ਨੇ, ਜਿਹੜੇ ਲੋਕ ਨਾ ਬਾਹਲੇ ਸਿਆਣੇ ਕਹਾਉਂਦੇ ਸੀ, ਰਾਜੇ ਮਹਾਰਾਜੇ ਆ ਕੇ ਪ੍ਰਧਾਨ ਮੰਤਰੀ ਸੰਤਰੀ ਛੋਟੇ ਵੱਡੇ ਅਫਸਰ ਉਹਦੇ ਵਿਚਾਰੇ ਦੇ ਪੈਰਾਂ ਵਿੱਚ ਬਹਿੰਦੇ ਸੀ। ਉਹ ਬੰਦਾ ਕੌਣ ਸੀ? ਉਹ ਸੀ ਸਾਡੀ ਨਿਗਾਹ ਦੇ ਵਿੱਚ ਇੱਕ ਸੰਤ, ਸਾਡੀ ਨਿਗਾਹ ਵਿੱਚ ਇੱਕ ਰਾਜਾ ਮਹਾਰਾਜਾ ਸੀ। ਤੇ ਅੱਜ ਕਿੱਥੇ ਬੈਠਾ ਉਹ, ਤੁਸੀਂ ਗੌਰ ਕਰਕੇ ਵੇਖੋ। ਆਪਾਂ ਸਾਰਿਆਂ ਨੇ ਮੰਨ ਲਓ ਵੀ ਜਿਹੜੇ ਭਿਖਾਰੀ ਹੁੰਦੇ ਆ ਨਾ, ਉਹ ਰਾਜੇ ਬਣਦੇ ਵੇਖੇ ਨੇ ਵੀ ਯਾਰ ਕੱਲ ਇਹ ਬੰਦਾ ਬੜਾ ਗਰੀਬ ਸੀ ਤੇ ਅੱਜ ਇਹ ਬੰਦੇ ਦਾ ਨਾਂ ਚੱਲਦਾ। ਇਹ ਗੱਲ ਆਪਾਂ ਸਾਰਿਆਂ ਨੇ ਵੇਖੀ ਆ, ਪਰ ਬੜੀ ਘੱਟ ਆ ਉਹ ਗੱਲ ਵੇਖੀ ਹੈ ਕਿਹੜੀ, ਜਿਹੜੀ ਖੁਦ ਆਪਾਂ ਨੂੰ ਉਹ ਸਮਾਂ ਮਿਲਿਆ ਵੇਖਣ ਦੇ ਲਈ ਵੀ ਜਿਹੜਾ ਇੰਨਾ ਵੱਡਾ ਵਿਅਕਤੀ ਸੀ ਸਾਡੀ ਦੁਨੀਆ ਦੇ ਵਿੱਚ, ਲੋਕਾਂ ਦੇ ਵਿੱਚ, ਜਿਹਦੇ ਪੈਰਾਂ ਵਿੱਚ ਆ ਕੇ ਵੱਡੇ ਵੱਡੇ ਮੰਤਰੀ ਸੰਤਰੀ ਆ ਕੇ ਬਹਿੰਦੇ ਸੀ, ਉਹ ਅੱਜ ਵਿਚਾਰਾ ਨਾ ਬਹੁਤ ਉਸ ਥਾਂ ਤੇ ਬੈਠਾ, ਘਟੀਆ ਥਾਂ ਤੇ ਬੈਠਾ, ਜਿੱਥੇ ਬੈਠਣ ਦਾ ਉਸ ਬੰਦੇ ਨੇ ਨਾ ਉਸ ਬੰਦੇ ਦੇ ਚੇਲਿਆਂ ਨੇ ਕਦੇ ਸੁਪਨਾ ਵੀ ਨਹੀਂ ਸੀ ਲੈਤਾ ਹੈਗਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਦਸਤਗੀਰ ਨੂੰ ਸਮਝ ਆ ਗਈ, ਬਸ ਥੱਲੇ ਬੈਠਾ ਸੀ ਨਾ, ਪੈਰਾਂ 'ਚ ਸਿਰ ਧਰ ਦਿੱਤਾ, ਕਹਿੰਦਾ ਮੈਨੂੰ ਪਤਾ ਲੱਗ ਗਿਆ, ਹੁਣ ਮੈਨੂੰ ਪਤਾ ਲੱਗ ਗਿਆ, ਹੁਣ ਪਰਮਾਤਮਾ ਹੈ, ਪਰਮਾਤਮਾ ਤੋਂ ਪਹਿਲਾਂ ਵੀ ਪਰਮਾਤਮਾ ਹੈ, ਇੱਕ ਤੋਂ ਪਹਿਲਾਂ ਵੀ ਇੱਕੋ ਆਪ ਹੀ ਆ ਉਹ।
ਤੇ ਉਹ ਪੂਰੀ ਮਨੁੱਖਤਾ ਦੇ ਵਿੱਚ ਆ, ਸਾਰੇ ਜੀਵਾਂ ਦੇ ਵਿੱਚ ਆ, ਉਹਨੂੰ ਮਿਹਨਤ ਨਾਲ ਵੇਖਿਆ ਜਾ ਸਕਦਾ। ਕਰਦਾ ਕੀ ਆ, ਉਹ ਮੇਰੇ ਵਰਗਿਆਂ ਨੂੰ ਸੱਚਮੁੱਚ ਥੱਲੇ ਬਹਾਉਂਦਾ, ਤੇਰੇ ਵਰਗਿਆਂ ਨੂੰ ਕੁਰਸੀ ਤੇ ਬਹਾਲਦਾ। ਸੱਚੀ ਮੁੱਚੀ ਨਾ ਤੂੰ ਮੇਰੀ ਕੁਰਸੀ ਤੇ ਬੈਠਾ ਰਹਿ, ਮੈਂ ਨਹੀਂ ਹੁਣੇ ਤੇ ਬੈਠਣਾਗਾ। ਥੱਲੇ ਬੈਠੇ ਨੇ, ਆਪਣਾ ਸਿਰ ਬਾਬੇ ਨਾਨਕ ਦੇ ਪੈਰਾਂ ਵਿੱਚ ਧਰ ਦਿੱਤਾ। ਇਹ ਬਗਦਾਦ ਦੀ ਕਹਾਣੀ ਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਦਸਤਗੀਰ ਰਾਜੇ ਦੇ ਪੂਰੇ ਜੀਵਨ ਨੂੰ, ਪਰਜਾ ਨੂੰ ਬਦਲ ਕੇ ਰੱਖ ਦਿੱਤਾ। ਫਿਰ ਉੱਥੇ ਬੈਠ ਕੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਗਾਇਆ, ਜਿਹੜੀ ਗੱਲ ਕਹੀ ਸੀ ਨਾ, ਰਾਗ ਸੁਣ ਕੇ ਕਾਮ ਉੱਠਦਾ, ਤੇ ਹੁਣ ਰਾਗ ਸੁਣ ਕੇ ਰਾਮ ਚੇਤੇ ਆਉਣ ਲੱਗ ਗਿਆ, ਰੱਬ ਚੇਤੇ ਆਉਣ ਲੱਗ ਗਿਆ। ਫਿਰ ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਗਾਇਆ। ਗੁਰੂ ਨਾਨਕ ਸਾਹਿਬ ਨੇ ਫਿਰ ਬਾਣੀ ਨੂੰ ਗਾ ਕੇ ਸੁਣਾਇਆ ਤੇ ਸਾਰੇ ਗਦ-ਗਦ ਹੋ ਉੱਠੇ। ਸੁਨ ਮਨ ਨਗਰੀ ਭਈ ਪੀਰ ਭਇਆ ਹੈਰਾਨਾ। ਇਹ ਉੱਥੇ ਗਾਇਆ ਜਿਹੜੀ ਭਾਈ ਗੁਰਦਾਸ ਨੇ ਬਾਹਰ ਗਾਈ ਹੈ ਨਾ, ਇੱਕ ਬਾਬਾ ਅਕਾਲ ਮੂਰਤ ਵਾਹਿਗੁਰੂ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉੱਥੇ ਦੋ ਹੀ ਨੇ, ਤੀਜਾ ਵਿਅਕਤੀ ਨਹੀਂ ਕੋਈ ਨਾਲ ਹੈ। ਹੁਣ ਵਿਅਕਤੀਆਂ ਦੀ ਬੜਿਆਂ ਦੀ ਸਪੋਰਟ ਹੋ ਗਈ, ਵੋਟ ਬਣ ਗਈ ਤੇ ਸੱਚ ਨਾਲ ਜੁੜ ਗਏ। ਜਿੱਥੇ ਗੁਰੂ ਨਾਨਕ ਸਾਹਿਬ ਨੇ ਗਾਇਆ ਹੈ ਨਾ, ਇੱਕ ਬਾਬਾ ਅਕਾਲ ਪੁਰਖ ਦਾ ਰੂਪ ਹੈ ਤੇ ਦੂਜਾ ਰਬਾਬੀ ਮਰਦਾਨਾ, ਦੋ ਨੇ ਬੱਲੇ ਬੱਲੇ ਕਰਾਤੀ। ਬਸ ਇੱਥੋਂ ਆਪਾਂ ਕਹਾਣੀ ਵਿੱਚੋਂ, ਸਾਖੀ ਵਿੱਚੋਂ ਸਿੱਖਿਆ ਇਹ ਲੈਣੀ ਆ, ਅਸੀਂ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆਪਣਾ ਸਿਰਾ ਜਿਹੜਾ ਉਹ ਧਰ ਦਈਏ, ਨਾ ਆਪਣੀ ਮੱਤ ਨੂੰ ਛੱਡ ਦਈਏ, ਨਾਨਕ ਦੀ ਮੱਤ ਲੈ ਲਈਏ। ਮੇਰੇ ਖਿਆਲ ਮੁਤਾਬਕ ਕਦੇ ਆਪਾਂ ਫੇਲ ਨਹੀਂ ਹੋਵਾਂਗੇ, ਹਮੇਸ਼ਾ ਪਾਸ ਹੀ ਰਹਾਂਗੇ। ਇੱਥੋਂ ਅੱਗੇ ਗੁਰੂ ਸਾਹਿਬ ਇਉਂ ਕਹਿ ਲਓ ਵੀ ਹੁਣ ਕਰਤਾਰਪੁਰ ਸਾਹਿਬ ਨੂੰ ਵਾਪਸ ਦੌਰਾ ਮੋੜਦੇ ਨੇ, ਵਾਪਸੀ ਦਾ ਸਫ਼ਰ ਆ। ਤੇ ਗੁਰੂ ਸਾਹਿਬ ਜੀ ਇੱਥੋਂ ਅੱਗੇ ਆਪਾਂ ਨੂੰ ਪਤਾ ਵੀ ਤੁਲੰਬੇ ਦੀ ਧਰਤੀ ਤੇ ਪਹੁੰਚਦੇ ਆ। ਤੁਲੰਬੇ ਦੀ ਧਰਤੀ, ਤੁਲੰਬਾ ਇੱਕ ਨਗਰ ਦਾ ਨਾਮ ਆ, ਜਿੱਥੇ ਕਿ ਨਾ ਇੱਕ ਸੱਜਣ ਨਾਮੀ ਪੁਰਖ ਰਹਿੰਦਾ ਸੀ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਜਾਂਦੇ ਜਾਂਦੇ ਆਪਾਂ ਇਹਨੂੰ ਵੀ ਮਿਲ ਕੇ ਚੱਲ ਗਏ। ਹੁਣ ਜਿਹੜਾ ਸੱਜਣ ਰਹਿੰਦਾ ਨਾ, ਤੇ ਉਹਦਾ ਕੰਮ ਕੀ ਸੀ? ਉਹਦਾ ਕੰਮ ਵੈਸੇ ਮੇਰੇ ਖਿਆਲ ਨਾਲ ਤਾਂ ਤੁਸੀਂ ਸਾਖੀ ਬੜੇ ਵਾਰੀ ਸੁਣੀ ਆ, ਤੇ ਚਲੋ ਆਪਾਂ ਦੁਬਾਰਾ ਰਿਪੀਟ ਕਰ ਦਈਏ, ਇਹਦੇ ਵਿੱਚੋਂ ਹੋਰ ਸਾਨੂੰ ਥੋੜਾ ਬਹੁਤਾ ਗਿਆਨ ਆ ਜਿਹੜਾ ਉਹ ਮਿਲ ਜੇ। ਹੁਣ ਜਦੋਂ ਗੁਰੂ ਨਾਨਕ ਸਾਹਿਬ ਤੁਲੰਬੇ ਦੀ ਧਰਤੀ ਤੇ ਪਹੁੰਚ ਗਏ ਨਾ, ਤੇ ਉੱਥੇ ਇਹ ਵਿਅਕਤੀ ਮਿਲਿਆ ਜਿਹਨੇ ਇੱਕ ਬੜੀ ਵੱਡੀ ਨਾ ਧਰਮਸ਼ਾਲਾ ਬਣਾਈ ਹੋਈ ਆ। ਅੱਜ ਵੀ ਜਦੋਂ ਆਪਾਂ ਬਾਹਰ ਟੂਰਾਂ ਤੇ ਜਾਂਦੇ ਆ ਨਾ, ਤੇ ਸਾਨੂੰ ਅੱਡੇ ਮਿਲਦੇ ਨੇ ਰਹਿਣ ਦੇ ਲਈ, ਰਿਹਾਇਸ਼ਾਂ ਮਿਲਦੀਆਂ ਨੇ, ਕਮਰੇ ਮਿਲ ਜਾਂਦੇ ਨੇ ਕਿਰਾਏ ਤੇ ਕਹਿ ਲਓ। ਇਵੇਂ ਜਿਵੇਂ ਇਹ ਵੀ ਆਪਣਾ ਇੱਕ ਬਣਾਇਆ ਹੋਇਆ ਇਹਨੇ ਮਨੋਰਥ ਵੀ, ਉਹ ਕਮਰੇ ਦਿੰਦਾਗਾ ਸਭ ਨੂੰ, ਆਉਣ ਵਾਲੇ ਯਾਤਰੀਆਂ ਨੂੰ ਠਹਿਰਾ ਦਿੰਦਾਗਾ, ਤੇ ਉਹਨਾਂ ਨੂੰ ਇਹ ਭੋਜਨ ਪਾਣੀ ਵੀ ਦਿੰਦਾਗਾ। ਪਰ ਜਿਹੜਾ ਅਗਲੀ ਕਿਰਿਆ ਉਹ ਇਹਦੀ ਬੜੀ ਗੰਦੀ ਆ। ਜਿਹੜਾ ਯਾਤਰੂ ਇਹਨੂੰ ਇਉਂ ਲੱਗਦਾ ਨਾ ਵੀ ਇਹ ਅਮੀਰ ਲੱਗਦਾਗਾ, ਇਹਦੇ ਕੋਲੇ 4 ਪੈਸੇ ਨੇ। ਵੈਸੇ ਪੈਸੇ ਤਾਂ ਸਭ ਕੋਲ, ਜਿਹੜਾ ਬੰਦਾ ਯਾਤਰਾ ਤੇ ਗਿਆ ਉਹਦੇ ਕੋਲੇ ਟੱਕੇ ਤਾਂ ਹੈ ਨਾ, ਕੁਛ ਨਾ ਕੁਛ ਤਾਂ ਹੈ। ਉਹਨਾਂ ਨੂੰ ਮਾਰ ਕੇ ਲੁੱਟ ਲੈਂਦਾ, ਬਸ ਉੱਗ ਸੁੱਗ ਨਹੀਂ ਨਿਕਲ ਦਿੰਦਾਗਾ। ਤੇ ਹੁਣ ਹੱਥ ਵਿੱਚ ਮਾਲਾ ਫੜੀ ਹੋਈ ਆ, ਵਧੀਆ ਇਉਂ ਕਹਿ ਲਓ ਵੀ ਸਾਫ਼ ਕੱਪੜੇ ਪਹਿਨੇ ਹੋਏ ਆ, ਮੁਖ ਦੇ ਨਾਲ ਰਾਮ ਰਾਮ ਵੀ ਜਪਦਾਗਾ, ਅੱਲਾ ਅੱਲਾ, ਖੁਦਾ ਖੁਦਾ, ਭਗਵਾਨ ਬੀਠਲ ਉਹ ਵੀ ਕਹਿ ਰਿਹਾ ਹੈਗਾ। ਤਾਈਓ ਗੁਰੂ ਸਾਹਿਬ ਨੇ ਬਾਣੀ ਚ ਉਚਾਰਨ ਕੀਤਾ ਨਾ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਾਂ ਇਉਂ ਵੀ ਪੜ੍ਹਦੇ ਆ ਨਾ ਆਪਾਂ, ਪਾਤਸ਼ਾਹ ਜ਼ਿਕਰ ਕੀ ਕਰਦੇ ਨੇ, ਕਹਿੰਦੇ ਤੇਰੇ ਹਿਰਦੇ ਵਿੱਚ ਤਾਂ ਕਪਟ ਆ ਨਾ, ਹਿਰਦਾ ਕਪਟ, ਮੁਖ ਗਿਆਨੀ। ਤੇਰੇ ਮੁਖ ਦੇ ਵਿੱਚ ਗਿਆਨ ਦੀਆਂ ਗੱਲਾਂ, ਰਾਮ ਦੀਆਂ, ਅੱਲਾ ਦੀਆਂ ਗੱਲਾਂ, ਪਰ ਹਿਰਦੇ ਵਿੱਚ ਕਪਟ ਆ। ਇਹ ਉਹ ਵਿਅਕਤੀ ਆ ਜਿਹਦੇ ਹਿਰਦੇ ਵਿੱਚ ਕਪਟ ਆ ਤੇ ਮੁਖ ਦੇ ਵਿੱਚ ਅੱਲਾ ਤਾਲਾ ਦੀਆਂ ਗੱਲਾਂ ਕਰਦਾਗਾ। ਤੇ ਗੁਰੂ ਨਾਨਕ ਸਾਹਿਬ ਨੂੰ ਨਾ ਮਰਦਾਨਾ ਕਹਿੰਦਾ, ਪਾਤਸ਼ਾਹ ਬੰਦਾ ਬੜਾ ਸਿਆਣਾ ਲੱਗਦਾ, ਭਲਾ ਮਾਨਸ ਲੱਗਦਾ, ਬੜਾ ਵਧੀਆ ਲੱਗਦਾ। ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ, ਇਹ ਸਿਰੇ ਦਾ ਠੱਗਾ, ਲੁਟੇਰਾ। ਜਿੱਥੇ ਆਪਾਂ ਆ ਗਏ ਨਾ, ਲੁਟੇਰਾ ਸਿਰੇ ਦਾ। ਮਰਦਾਨਾ ਕਹਿੰਦਾ ਨਾ, ਮੈਨੂੰ ਤਾਂ ਨਹੀਂ ਲੱਗਦਾ। ਦੇਖ ਕਿੱਡੀ ਵੱਡੀ ਧਰਮਸ਼ਾਲਾ ਬਣਾਈ ਆ, ਕਿੰਨੇ ਲੋਕ ਆ ਕੇ ਠਹਿਰਦੇ ਨੇ, ਰੋਟੀ ਪਾਣੀ ਖਵਾਉਂਦਾ। ਐਡੂ ਵੱਡਾ ਧਰਮੀ ਕੀ ਹੋਊਗਾ? ਹੱਥ 'ਚ ਮਾਲਾ ਵੀ ਫੜੀ ਆ, ਨਾਮ ਵੀ ਸੱਜਣਾ, ਨਾਮ ਵੀ ਬੜਾ ਵਧੀਆ ਨਾ। ਤੇ ਇਹਦੇ ਨਾਮ ਤੋਂ, ਇਹਦੇ ਪਹਿਰਾਵੇ ਤੋਂ, ਇਹਦੀ ਕਿਰਿਆ ਤੋਂ ਮਹਿਸੂਸ ਹੁੰਦਾ ਵੀ ਬੰਦਾ ਚੰਗਾ ਹੋਵੇਗਾ। ਗੁਰੂ ਸਾਹਿਬ ਕਹਿੰਦੇ ਨਹੀਂ ਮਰਦਾਨਿਆ, ਠੱਗ ਆ ਇਹ, ਸਿਰੇ ਦਾ ਲੁਟੇਰਾ।
ਹੁਣ ਗੁਰੂ ਨਾਨਕ ਸਾਹਿਬ ਤੇ ਮਰਦਾਨੇ ਦਾ ਸੰਬੰਧ ਕੀ ਆ? ਭਾਈ ਭਾਈ ਵਾਲਾ, ਦੋਸਤ ਮਿੱਤਰਾਂ ਵਾਲਾ। ਕਹਿੰਦਾ ਦੇਖ ਨਾਨਕ, ਮੈਨੂੰ ਇਉਂ ਲੱਗਦਾ ਵੀ ਜਿਹੜੀ ਠੱਗੀ ਵਾਲੀ ਗੱਲ ਤੁਸੀਂ ਕਰ ਰਹੇ ਹੋ ਨਾ, ਵੀ ਠੱਗ ਆ ਇਹ, ਲੁਟੇਰਾ ਗਾ, ਵੀ ਜਿਹਦਾ ਮਾੜਾ ਮੋਟਾ ਕੰਮ ਵੱਧ ਜੇ ਨਾ, ਲੋਕ ਅਕਸਰ ਉਹਨੂੰ ਮਾੜਾ ਕਹਿਣ ਹੀ ਲੱਗ ਜਾਂਦੇ ਨੇ। ਲੋਕਾਂ ਦਾ ਸੁਭਾਅ ਵਿਚਾਰਿਆਂ ਤੋਂ ਜਰਿਆ ਨਹੀਂ ਜਾਂਦਾ। ਜਿਹੜਾ ਕੱਲ ਸਾਈਕਲ ਤੇ ਸੀ ਨਾ, ਅੱਜ ਮੋਟਰਸਾਈਕਲ ਲਿਆਇਆ, ਲੋਕ ਕਹਿੰਦੇ ਲੈ ਠੱਗੀਆਂ ਮਾਰਨ ਲੱਗ ਗਿਆ। ਇਹ ਲੋਕਾਂ ਦਾ ਸੁਭਾਅ ਪਾਤਸ਼ਾਹ। ਸੁਭਾਅ ਲੋਕਾਂ ਦਾ ਅੱਜ ਮੋਟਰਸਾਈਕਲ ਤੇ ਆ ਨਾ, ਤੇ ਕੱਲ ਨੂੰ ਗੱਡੀ ਲਿਆਂਦੀ ਤੇ ਲੋਕ ਕੀ ਕਹਿਣਗੇ? ਇਹ ਠੱਗੀਆਂ ਸ਼ੁਰੂ ਕਰਤੀਆਂ ਬਸ। ਚੰਗੇ ਬੂਟ ਚੱਪਲ ਵੀ ਪਾਲੇ ਨਾ, ਚੰਗੇ ਕੱਪੜੇ ਵੀ ਪਾਲੇ, ਲੋਕ ਕੀ ਕਹਿਣਗੇ? ਬਸ ਠੱਗੀਆਂ ਕਰਤੀਆਂ ਸ਼ੁਰੂ। ਨਹੀਂ ਪਾਤਸ਼ਾਹ, ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਹੋਊਗਾ ਵੀ ਲੋਕਾਂ ਦਾ ਸੁਭਾਅ ਹੈ ਵੀ ਇਹਦਾ ਕਾਰੋਬਾਰ ਦੇਖ ਕੇ ਲੋਕ ਮੱਚਦੇ ਹੋਣਗੇ, ਤਾਂ ਇਹਨੂੰ ਠੱਗ ਲੁਟੇਰਾ ਕਹਿੰਦੇ ਨੇਗੇ, ਲੋਕ ਤਾਂ ਕਹਿੰਦੇ ਨੇ। ਅੱਛਾ, ਗੁਰੂ ਸਾਹਿਬ ਜੀ ਕਹਿੰਦੇ ਜੇ ਫਿਰ ਇਹ ਬੰਦਾ ਆਪ ਦੇ ਮੂੰਹੋਂ ਆਪ ਹੀ ਕਹੇ ਵੀ ਮੈਂ ਠੱਗਾਂ, ਫਿਰ? ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਬਿਲਕੁਲ, ਪਰ ਕਈ ਵਾਰ ਨਾ ਬੰਦਾ ਆਪਣੇ ਆਪ ਨੂੰ ਕੀ ਕਹਿੰਦਾ? ਮੈਂ ਤੁਹਾਡਾ ਦਾਸ ਹਾਂ, ਮੈਂ ਤਾਂ ਮੂਰਖ ਹਾਂ, ਮੈਂ ਤਾਂ ਠੱਗਾਂ, ਮੈਂ ਲੁਟੇਰਾ, ਮੈਨੂੰ ਤੁਸੀਂ ਭਲਾ ਮਾਨਸ ਮੰਨੀ ਬੈਠੇ ਹੋ। ਹੁਣ ਜਿਹੜਾ ਬੰਦਾ ਸਟੇਜ ਤੇ ਬਹਿੰਦਾ ਨਾ, ਕੋਈ ਨਹੀਂ ਕਹਿੰਦਾ ਵੀ ਮੈਂ ਚੰਗਾ, ਵਾਹਿਗੁਰੂ ਭਲਾ ਕਰੇ, ਹਰ ਕੋਈ ਕਹਿੰਦਾ ਜੀ ਮੈਂ ਤਾਂ ਮੂਰਖ ਹਾਂ, ਮੈਂ ਤਾਂ ਲੁਟੇਰਾ, ਮੈਂ ਤਾਂ ਠੱਗਾਂ। ਕਿਉਂ? ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ। ਹੁਣ ਮਰਦਾਨੇ ਨੇ ਜਦੋਂ ਗੁਰੂ ਸਾਹਿਬ ਨੇ ਕਹਿਣਾ ਵੀ ਜੇ ਆਪੇ ਕਹੇ ਵੀ ਮੈਂ ਠੱਗਾਂ, ਫੇਰ ਮੰਨੇ? ਮਰਦਾਨਾ ਕਹਿੰਦਾ ਨਹੀਂ ਪਾਤਸ਼ਾਹ, ਬੰਦੇ ਦਾ ਅਕਸਰ ਸੁਭਾਅ ਹੁੰਦਾ, ਬੰਦਾ ਆਪ ਹੀ ਕਹਿ ਦਿੰਦਾ ਗਾ। ਇਹ ਬੰਦੇ 'ਚ ਪਹਿਲਾ ਪੱਖ ਹੈਗਾ ਵੀ ਜਿਹੜਾ ਬੰਦਾ ਥੋੜਾ ਬਹੁਤਾ ਏਦਾਂ ਕੰਮ ਕਰਦਾ ਉਹਨੂੰ ਆਪਣੇ ਆਪ ਨੂੰ ਠੱਗ ਕਹੀ ਲੈਂਦਾ। ਅੱਛਾ, ਇਹ ਗੱਲ ਕਿੱਥੋਂ ਨਿਕਲਦੀ ਆ? ਹਿਰਦੇ ਚੋਂ? ਮਰਦਾਨਾ ਕਹਿੰਦਾ ਨਹੀਂ, ਇਹ ਗੱਲ ਮੂੰਹ ਚੋਂ ਨਿਕਲਦੀ ਆ। ਹਿਰਦੇ ਚੋਂ ਨਹੀਂ ਬੰਦਾ ਕਹਿੰਦਾ, ਮੁੱਖ ਚੋਂ ਕਹਿੰਦਾ ਵੀ ਮੈਂ ਠੱਗਾਂਗਾ। ਹੁਣ ਗੁਰੂ ਸਾਹਿਬ ਕਹਿੰਦੇ ਜੇ ਇਹ ਹਿਰਦੇ ਚੋਂ ਕਹੇ ਫਿਰ ਮਰਦਾਨਾ ਕਹਿੰਦਾ ਫਿਰ ਮੰਨ ਸਕਦੇ ਆ ਵੀ ਜੇ ਹਿਰਦੇ ਚੋਂ ਕਹੇ ਵੀ ਠੱਗ ਹੋਵੇਗਾ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਠੱਗ ਹੈਗਾ। ਹੁਣ ਗੁਰੂ ਨਾਨਕ ਸਾਹਿਬ ਦੀ ਇੱਕ ਰਿਹਾਇਸ਼ ਕਰਵਾ ਦਿੱਤੀ, ਇਹਨੇ ਉਹਨਾਂ ਕੋਲੇ ਆਉਣਾ ਕੀਤਾ ਤੇ ਭੋਜਨ ਪਾਣੀ ਪੇਸ਼ ਕੀਤਾ ਵੀ ਆ ਛਕੋ। ਨਾਨਕ ਪਾਤਸ਼ਾਹ ਨੇ ਮਨਾ ਕਰ ਦਿੱਤਾ, ਨਹੀਂ ਛਕਣਾ ਨਹੀਂਗਾ। ਛਕਾਂਗੇ ਕੋਈ ਗੱਲ ਨਹੀਂ, ਪਰ ਅਜੇ ਨਹੀਂ ਛਕਣਾ, ਲੋੜ ਨਹੀਂ ਹੈ ਸਾਨੂੰ, ਜਦੋਂ ਲੋੜ ਪਈ ਨਾ ਮੰਗ ਲਾਂਗੇ ਅਸੀਂ। 2 ਘੰਟੇ 4 ਘੰਟੇ ਵੇਖਿਆ, ਸੱਜਣ ਸੋਚ ਵੀ ਰਿਹਾ ਵੀ ਜਿਹੜੇ ਫਕੀਰ ਆਏ ਆ ਨਾ, ਰੱਬ ਦੇ ਬੰਦੇ ਆਏ ਨੇ, 2 ਦੇਖਣ ਨੂੰ ਬੜੇ ਧਰਮਾਤਮਾ ਲੱਗਦੇ ਆ, ਪਰ ਇਹਨਾਂ ਦਾ ਚਿਹਰਾ, ਇਹਨਾਂ ਦੀ ਨੁਹਾਰ ਦੇਖਣ ਨੂੰ ਇਉਂ ਲੱਗਦੀ ਆ ਵੀ ਇਹਨਾਂ ਕੋਲੇ ਧਨ ਦੌਲਤ, ਇਹਨਾਂ ਦੇ ਜਿਹੜੇ ਕਮੀਜ਼ ਪਾਏ ਆ ਨਾ, ਕੱਪੜੇ ਪਾਏ ਨੇ, ਦੇਖਣ ਨੂੰ ਲੱਗਦਾ ਵੀ ਕਾਫੀ ਧਨੀ ਬੰਦੇ ਨੇ, ਇਹਨਾਂ ਕੋਲੇ ਤੇ ਮਾਲ ਕਾਫੀ ਹੋਣਾ। ਅੱਗੇ ਲੱਕ ਦੇ ਨਾਲ ਨਾ ਪੇਟੀ ਬੰਨੀ ਜਾਂਦੀ, ਜਿਹਨੂੰ ਮੰਨਿਆ ਜਾਂਦਾ ਸੀ ਉਹਦੇ ਅੰਦਰ ਪੈਸੇ ਰੱਖੇ ਜਾਂਦੇ ਸਨ ਸਾਂਭ ਕੇ, ਛਿੱਕੇ ਕਹਿ ਲੋ, ਪੈਸੇ ਕਹਿ ਲੋ, ਜੋ ਵੀ ਸਨ। ਅੱਜ ਵੀ ਵਪਾਰੀ ਲੋਕ, ਚਲੋ ਬੇਸ਼ੱਕ ਅੱਜ ਫੋਨ ਸਿਸਟਮ ਦੇ ਨਾਲ ਕਾਫੀ ਵੱਡੇ ਪੱਧਰ ਤੇ ਸਾਡਾ ਦੇਣ ਲੈਣ ਜੁੜ ਗਿਆ, ਤੇ ਉਸ ਟਾਈਮ ਪਹਿਲਾਂ ਨਿਗਾਹ ਮਾਰ ਗਏ ਤਾਂ ਇਦਾਂ ਵਪਾਰੀ ਲੋਕਾਂ ਦੇ ਪੇਟੀਆਂ ਲੱਗੀਆਂ ਹੁੰਦੀਆਂ ਸਨ ਵੀ ਜਿਹੜੇ ਖੁੱਲੇ ਕੱਪੜੇ ਪਾਏ ਨਾ, ਤੇ ਇਹਦੇ ਇੱਕ ਪੇਟੀ ਨਹੀਂ ਲੱਕ ਨਾ ਹੋਣੀ, ਤੇ ਪੇਟੀਆਂ ਕਾਫੀ ਹੋਣੀਆਂ ਨੇ, ਕਾਫੀ ਹੋਣੀਆਂ ਨੇ, ਤਾਂ ਕਿ ਖੁੱਲੇ ਕੱਪੜੇ ਪਾਏ ਨੇ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਮੇਰੇ ਤੇ। ਹੁਣ ਸੱਜਣ ਰੋਟੀ ਭੋਜਨ ਵੀ ਪੇਸ਼ ਕਰਦਾਗਾ ਤੇ ਆਪਣਾ ਖਾਪਰਾ ਵੀ ਤਿੱਖਾ ਕਰੀ ਜਾਂਦਾ, ਖਾਪਰਾ ਗੰਡਾਸਾ ਕਹਿ ਲੋ, ਦਾਹ ਕਹਿ ਲੋ, ਤਿੱਖਾ ਤਿੱਖਾ ਰੇਤ ਕਰੀ ਜਾਂਦਾ ਉਹਨੂੰ ਵੀ ਕੋਈ ਗੱਲ ਨਹੀਂ, ਮਾੜੀ ਜੀ ਅੱਖ ਲੱਗਣ ਦੇ ਕੋਈ ਨਾ, ਨਹੀਂ ਰੋਟੀ ਸਕੀ ਸੌਣਗੇ ਤਾਂ ਹੈਗੇ ਨਾ, ਪੈਣਗੇ ਨੀਂਦ ਤਾਂ ਆਊ ਨਾ, ਵੱਢਾਂਗੇ ਆਪਾਂ, ਵੱਢ ਕੇ ਅੱਜ ਮਾਲੋ ਮਾਲ ਹੋ ਜੂ ਕੰਮ। ਹੁਣ ਸੋਚੋ, ਇੱਕ ਪਾਸੇ ਨਾਨਕ ਵੇਖ ਰਿਹਾਗਾ ਵੀ ਇਹਦਾ ਭਲਾ ਕਰਨਾ, ਤੇ ਦੂਜੇ ਪਾਸੇ ਜਿਹਦਾ ਭਲਾ ਕਰਨਾ ਨਾ ਉਹ ਵੱਢਣ ਦੇ ਲਈ ਤਿਆਰ ਆ, ਉਹ ਵੱਢਣ ਦੇ ਲਈ ਤਿਆਰ ਆ। ਗੁਰੂ ਨਾਨਕ ਭਲਾ ਕਰਨ ਦੇ ਲਈ, ਉਹ ਵੱਢਣ ਦੇ ਲਈ ਤਿਆਰ ਆ। ਇਹ ਨਾਨਕ ਦੇ ਪਾਤਸ਼ਾਹ ਦੇ ਸਿਧਾਂਤ ਦਾ ਇੱਕ ਇਉਂ ਕਹਿ ਲੋ ਵਿਸ਼ੇਸ਼ ਗਿਆਨ ਹੈਗਾ। ਉਹ ਕੱਲ ਦੀ ਵਿਚਾਰ ਵਿੱਚ ਵੀ ਵਿਸ਼ੇਸ਼ ਗਿਆਨ ਦੀ ਗੱਲ ਆ ਜਿਹੜੀ ਉਹ ਆਵੇਗੀ, ਵੀ ਭਾਵ ਕਿਵੇਂ ਗੁਰੂ ਨਾਨਕ ਸਾਹਿਬ ਦੁਸ਼ਮਣ ਦਾ ਵੀ ਭਲਾ ਕਰਦੇ ਨੇ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕਉ ਬਨ ਆਈ। ਮੇਰਾ ਕੋਈ ਦੁਸ਼ਮਣ ਨਹੀਂ, ਨਾ ਕੋਈ ਮੈਨੂੰ ਬਗਾਨਾ ਜਾਪਦਾ, ਮੈਨੂੰ ਸਾਰੇ ਆਪਣੇ ਜਾਪਦੇ ਨੇਗੇ। ਹੁਣ ਨਾਨਕ ਸੋਚ ਰਿਹਾ ਵੀ ਇਹਨਾਂ ਨੂੰ ਸੁਧਾਰਨਾ, ਉਹ ਸੋਚ ਰਿਹਾ ਇਹਨੂੰ ਵੱਢਣਾ। ਸਮਾਂ ਬੀਤਦਾ ਗਿਆ, ਪਰ ਗੁਰੂ ਨਾਨਕ ਸੁੱਤਾ ਨਹੀਂ। ਉਹ ਸੋਚ ਰਿਹਾ ਵੀ ਸੌਵੇਂ। ਰਾਤ ਦਾ ਤੀਜਾ ਪਹਿਰ ਹੋਇਆ,
ਗੁਰੂ ਸਾਹਿਬ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਰਬਾਬ ਛੇੜ, ਮਤਲਬ ਆਪਣਾ ਵਕਤ ਹੋ ਗਿਆ ਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲਾ ਹੋ ਗਿਆ ਤੇ ਵਡਿਆਈ ਵਿਚਾਰ ਕਰਨ ਦਾ ਵਕਤ ਹੋ ਗਿਆ ਨਾ, ਤੇ ਛੇੜ ਰਬਾਬ, ਬਾਣੀ ਆਈ ਹੈ ਤੇ ਆਪਾਂ ਬਾਣੀ ਗਾਈਏ। ਹੁਣ ਜਿੱਥੇ ਨਾਨਕ ਦੀ ਰਿਹਾਇਸ਼ ਆ ਉੱਥੇ ਹੀ ਗੁਰੂ ਨਾਨਕ ਸਾਹਿਬ ਨੇ ਨਾ ਸ਼ਬਦ ਗਾਉਣਾ ਸ਼ੁਰੂ ਕਰਤਾ। ਸੂਹੀ ਮਹੱਲਾ ਪਹਿਲਾ ਦਾ ਪਾਠ ਹੈਗਾ, ਸੂਹੀ ਰਾਗ ਦੇ ਵਿੱਚ ਕਿਹੜਾ ਪਾਠ ਹੈਗਾ? ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੇ ਖੜਾ ਦਸਾਨਾ। ਹੁਣ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕਰ ਦਿੱਤਾ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜਾ ਦਸਾਨਾ। ਹੁਣ ਗੁਰੂ ਸਾਹਿਬ ਨੇ ਜਦੋਂ ਇਹ ਪੂਰੇ ਦਾ ਪੂਰਾ ਸ਼ਬਦ ਉਚਾਰਨ ਕੀਤਾ ਨਾ, ਪੜਿਆ, ਤੇ ਸੱਜਣ ਦੇ ਕੰਨਾਂ ਵਿੱਚ ਇਹ ਗੱਲ ਪੈ ਰਹੀ ਆ, ਤੇ ਸੱਜਣ ਤਾਂ ਕੋਲੇ ਆ ਗਿਆ। ਤੇ ਸੱਚ ਜਾਣਿਓ, ਜਦੋਂ ਸੱਜਣ ਕੋਲੇ ਆ ਗਿਆ ਨਾ, ਤੇ ਕੋਲੇ ਆ ਕੇ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਧਿਆਨ ਨਾਲ ਸੁਣਨ ਲੱਗ ਗਿਆ। ਸ਼ਬਦ ਦੀ ਸਮਾਪਤੀ ਹੋਈ ਤੇ ਸੱਜਣ ਹੱਥ ਜੋੜ ਕੇ, ਜਿਹੜੀ ਗੱਲ ਬਾਬੇ ਨਾਨਕ ਨੇ ਪਹਿਲਾਂ ਕਹੀ ਨਾ, ਹੱਥ ਜੋੜ ਕੇ ਹਿਰਦੇ ਚੋਂ ਕਹਿਣ ਲੱਗ ਗਿਆ, ਜਿਹੜੀਆਂ ਗੱਲਾਂ ਤੁਸੀਂ ਸੁਣਾਈਆਂ ਨਾ, ਜਿਹੜਾ ਸ਼ਬਦ ਤੁਸੀਂ ਗਾਇਆ ਨਾ, ਇਹ ਤਾਂ ਮੈਨੂੰ ਇਉਂ ਲੱਗਦਾ ਵੀ ਤੁਸੀਂ ਮੇਰੇ ਬਾਰੇ ਨਾ ਪਹਿਲਾਂ CID ਕਿਤੇ ਲੈ ਕੇ ਆਏ ਹੋਵੋਗੇ। ਤੁਸੀਂ ਤਾਂ ਸਾਰੀ ਗੱਲ, ਸਾਰੀ ਦੀ ਸਾਰੀ ਵਿਚਾਰ, ਸਾਰੇ ਦਾ ਸਾਰਾ ਸ਼ਬਦ ਮੇਰੇ ਤੇ ਟੁੱਕ ਗਿਆ। ਜਿਹੜੀਆਂ ਗੱਲਾਂ ਤੁਸੀਂ ਸ਼ਬਦ ਰਾਹੀਂ ਕਹੀਆਂ ਨਾ, ਇਹ ਸਾਰੀਆਂ ਮੇਰੇ 'ਚ ਬੁਰੀਆਂ ਆਦਤਾਂ ਨੇ। ਮੈਂ ਘੁੱਟ-ਘੁੱਟ ਜੀਆਂ ਖਾਵਣੇ, ਮੈਂ ਘੁੱਟ-ਘੁੱਟ ਕੇ ਲੋਕਾਂ ਦਾ ਖੂਨ ਚੂਸ ਰਿਹਾਂਗਾ, ਇਹ ਤਾਂ ਸਾਰੀਆਂ ਬੁਰਾਈਆਂ ਮੇਰੀਆਂ ਨੇਗੀਆਂ। ਤੇ ਸੱਚੇ ਪਾਤਸ਼ਾਹ, ਮੇਰਾ ਹੁਣ ਤੁਸੀਂ ਇਲਾਜ ਕਰੋ, ਮੈਂ ਅੱਜ ਤੋਂ ਬਾਅਦ ਇਹ ਬੁਰੇ ਕੰਮ ਕਰਨੇ ਨਹੀਂ ਚਾਹੁੰਦਾ। ਕਹਿਣ ਤੋਂ ਮੁਰਾਦ, ਸੱਜਣ ਨੇ ਉਹ ਸ਼ਬਦ ਸੁਣ ਕੇ ਨਾ ਸਵੇਰ ਤੱਕ ਜਿਹੜਾ ਰਾਤ ਗੰਡਾਸੇ ਨੂੰ ਰੇਤਦਾ ਸੀ ਨਾ, ਤਿੱਖਾ ਕਰਦਾ ਸੀ, ਉਹ ਨਾਨਕ ਕੋਲ ਹੀ ਧਰ ਦਿੱਤਾ। ਕਹਿੰਦਾ ਅੱਜ ਤੋਂ ਬਾਅਦ ਇਹ ਗੰਡਾਸਾ ਨਹੀਂ ਚਲਾਉਣਾ, ਲੋਕਾਂ ਦਾ ਖੂਨ ਨਹੀਂ ਚੂਸਣਾ, ਲੋਕਾਂ ਨੂੰ ਇੱਥੇ ਆ ਧਰਮਸ਼ਾਲਾ ਦੇ ਨਾਂ ਤੇ ਨਹੀਂ ਲੁੱਟਣਾ। ਅੱਜ ਤੋਂ ਲੁੱਟ, ਅੱਜ ਤੋਂ ਠੱਗੀਆਂ, ਅੱਜ ਤੋਂ ਧੋਖਾ ਬੰਦ, ਅੱਜ ਤੋਂ ਬਾਅਦ ਧੋਖਾ ਨਹੀਂ ਕਰਨਾ। ਚਲੋ ਇਹ ਸਾਖੀ ਆਪਾਂ ਬੜੇ ਵਾਰੀ ਸੁਣੀ ਆ, ਅੱਗੇ ਨੂੰ ਲੰਬੀ ਚੌੜੀ ਜਿੰਨੀ ਮਰਜ਼ੀ ਕਰ ਲਵੋ, ਪਰ ਇਹਦੇ ਵਿੱਚੋਂ ਸਿੱਖਿਆ ਕੀ ਮਿਲਦੀ ਆ? ਸਿੱਖਿਆ ਇਹਦੇ ਚੋਂ ਇਹ ਮਿਲਦੀ ਆ, ਇੱਕ ਰਾਤ ਵਿੱਚ, ਵੈਸੇ ਰਾਤ ਵੀ ਬਾਹਲੀ ਵੱਡੀ ਆ, ਜੇ ਆਪਾਂ ਰਾਤ ਦਾ ਲਫ਼ਜ਼ ਬੋਲ ਗਏ ਨਾ ਵੀ ਰਾਤ ਵੀ ਬਹੁਤ ਵੱਡੀ ਆ। ਗੁਰੂ ਨਾਨਕ ਸਾਹਿਬ ਜੀ ਸੱਜਣ ਨੂੰ 2-4 ਘੰਟਿਆਂ ਦੇ ਵਿੱਚ ਹੀ ਬਦਲਦੇ ਨੇ, 2-4 ਘੰਟਿਆਂ ਦੇ ਵਿੱਚ। ਫਿਰ ਇੱਕ ਸ਼ਬਦ ਸੁਣਾ ਕੇ, ਉੱਥੇ ਇੱਕ ਪਾਠ ਨਹੀਂ, ਇੱਕ ਅਖੰਡ ਪਾਠ ਨਹੀਂ, ਉੱਥੇ ਕੋਈ ਸੰਪਟ ਪਾਠ ਨਹੀਂ, ਉੱਥੇ ਕੋਈ ਕਿਸੇ ਤਰ੍ਹਾਂ ਦਾ ਗੁਰੂ ਪਾਤਸ਼ਾਹ ਨੇ ਵਿਸ਼ੇਸ਼ ਪਦ ਲਾ ਕੇ ਨਾ ਪਾਠ ਨਹੀਂ ਉਚਾਰਨ ਕੀਤਾ ਵੀ ਤੇਰਾ ਭਲਾ ਹੋ ਜੇ। ਤੇ ਅੱਜ ਤਾਂ ਬੜੇ ਨਾ ਸੰਪਟ ਪਾਠ ਕਰਨ ਵਾਲੇ ਠੱਗੀਆਂ ਦਾ ਜਾਲ ਬਣਾਇਆ ਵਾ, ਜਿਨ੍ਹਾਂ ਨੇ ਆਹ ਵਿਧੀ ਨਾਲ ਪਾਠ ਕਰਾਓ, ਆਹ ਵਿਧੀ ਨਾਲ ਕਰਾਓ, ਆਹ ਹੋਊਗਾ। ਪਰ ਵਾਹਿਗੁਰੂ ਭਲਾ ਕਰੇ, ਗੁਰੂ ਨਾਨਕ ਨੇ ਉੱਥੇ ਵਿਸ਼ੇਸ਼ ਵਿਧੀ ਨਾਲ ਪਾਠ ਨਹੀਂ ਉਚਾਰਨ ਕੀਤਾ ਕੋਈ, ਉੱਥੇ ਗੁਰੂ ਨਾਨਕ ਨੇ ਸਾਹਿਬ ਸਹਿਜ ਸੁਭਾਅ ਹੀ ਸ਼ਬਦ ਗਾਇਆ। 2-4 ਘੰਟਿਆਂ ਦੇ ਵਿੱਚ ਸੱਜਣ ਨੇ ਆਪਣੀ ਮੱਤ ਛੱਡ ਦਿੱਤੀ, ਗੁਰੂ ਦੀ ਮੱਤ ਅਪਣਾ ਲਈ। ਸੱਚਮੁੱਚ ਕਹਿੰਦਾ, ਹਾਂ ਮੈਂ ਸੱਜਣ, ਹਾਂ ਮੈਂ ਠੱਗ, ਹਾਂ ਮੈਂ ਬਹੁਤ ਵੱਡਾ ਲੁਟੇਰਾ, ਅੱਜ ਤੋਂ ਬਾਅਦ ਮੈਂ ਲੁੱਟਾਂ ਖੋਹਾਂ ਬੰਦ ਕੀਤੀਆਂ। ਮੈਂ ਤਾਂ ਪਤਾ ਹੀ ਨਹੀਂ ਕਿੰਨੇ ਕਤਲ ਕਰ ਦਿੱਤੇ 4 ਟਕਿਆਂ ਦੀ ਖਾਤਰ, ਪਤਾ ਨਹੀਂ ਕਿੰਨੇ ਕਤਲ ਕਰ ਦਿੱਤੇ। ਅੱਜ ਤੋਂ ਬਾਅਦ ਮੈਂ ਆਪਣੀ ਮੱਤ ਇੱਥੇ ਛੱਡੀ, ਆਪਣਾ ਸਿਰ ਨਾਨਕ ਦੇ ਚਰਨਾਂ ਵਿੱਚ ਧਰ ਦਿੱਤਾ, ਤੇ ਨਾਨਕ ਤੋਂ ਪਿਛਲੇ ਕੀਤੇ ਕੁਕਰਮਾਂ ਦੀ ਮੁਆਫੀ ਮੰਗੀ, ਅੱਗੇ ਤੋਂ ਸਮਝ ਕੇ ਚੱਲਣ ਦਾ ਪ੍ਰਣ ਕੀਤਾ, ਜੀਵਨ ਬਦਲ ਗਿਆ। ਫਿਰ ਉਹੀ ਸੱਜਣ ਜਿਹਦਾ ਇਸੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਨਾਮ ਵੀ ਐਡ ਕਰ ਦਿੱਤਾ, ਵਿੱਚ ਪਾਤਾ, ਨਾਮ ਵੀ ਵਿੱਚ ਪਾਤਾ। ਚਾਹੇ ਉਹ ਸੱਜਣ ਦੀ ਬਾਣੀ ਨਹੀਂ ਹੈ ਕੋਈ, ਪਰ ਸੱਜਣ ਨੂੰ ਜੋ ਸੰਬੋਧਨ ਕਰਕੇ ਬਾਣੀ ਗਾਈ ਨਾ, ਉਹ ਬਾਣੀ ਦੇ ਵਿੱਚ ਸੱਜਣ ਦਾ ਨਾਮ ਐਡ ਕਰ ਦਿੱਤਾ। ਤੇ ਨਾਨਕ ਨੇ ਨਾ ਆਪਣੇ ਨਾਲ ਬਰੋਬਰੀ ਵਹਾ ਲਿਆ, ਕਹਿੰਦਾ ਇੱਥੇ ਹੀ ਬੈਠ ਜਾ, ਤੈਨੂੰ ਮੈਂ ਹੁਣ ਦੂਰ ਨਹੀਂ ਕਰਾਂ, ਜੇ ਤੂੰ ਦੂਰ ਨਹੀਂ ਜਾਣਾ ਚਾਹੁੰਦਾ ਨਾ, ਤੇ ਮੈਂ ਵੀ ਤੈਨੂੰ ਦੂਰ ਕਦੇ ਵੀ ਨਹੀਂ ਕਰਾਂਗਾ। ਇਹ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਆ, ਅੱਤ ਦਾ ਵੱਡਾ ਕਰਮ ਆ। ਕਰਾਮਾਤ ਇਹ ਨਹੀਂ ਵੀ ਇਦਾਂ ਸ਼ਕਤੀ ਵਾਲੀ, ਅੱਤ ਦਾ ਵੱਡਾ ਕਰਮ ਆ। ਨਾਨਕ ਨੇ ਐਸੀ ਕੌਤਕ, ਐਸੀ ਕਰਾਮਾਤ ਵਿਖਾਈ, ਸੱਜਣ ਵਰਗੇ ਭੈੜੇ ਤੋਂ ਭੈੜੇ ਨਾਗ, ਭੈੜੇ ਤੋਂ ਭੈੜੇ ਸੱਪ, ਭੈੜੇ ਤੋਂ ਭੈੜੇ ਛੀਂ ਕਾਬੂ ਕਰ ਲਏ। ਇਸੇ ਨੂੰ ਭਾਈ ਗੁਰਦਾਸ ਨੇ ਕਿਹਾਗਾ,
ਕੀ ਕਿਹਾਗਾ? ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਇਹ ਸਿੰਘ ਦੀ ਗਰਜਵੀਂ ਆਵਾਜ਼ ਹੈ, ਇਹੀ ਸਿੰਘ ਦੀ ਗਰਜੀ ਆਵਾਜ਼ ਆ। ਇਹੀ ਆਪਾਂ ਪਿੱਛੇ ਸੁਣਿਆ ਬਗਦਾਦ ਦਾ ਭਾਵ ਪੀਰ ਆ, ਉਹ ਵੀ ਗੁਰੂ ਨਾਨਕ ਸਾਹਿਬ ਦਾ ਬਣ ਗਿਆ। ਇਹ ਨਹੀਂ ਕਿਹਾ ਵੀ ਅੱਜ ਤੋਂ ਬਾਅਦ ਮੈਂ ਆਪਣੀ ਮੱਤ ਹੀ ਅਪਣਾਊਂਗਾ, ਨਹੀਂ, ਆਪਣੀ ਮੱਤ ਛੱਡੀ, ਤੇਰੀ ਮੱਤ ਅਪਣਾ ਲਈ। ਬਗਦਾਦ ਦੇ ਵਿੱਚ ਮਤਲਬ ਰਾਗ ਗਾਉਣ ਤੇ ਮਨਾਹੀ ਸੀ, ਉੱਥੇ ਗੁਰੂ ਸਾਹਿਬ ਨੇ ਰਾਗ ਗਾ ਕੇ, ਸ਼ਬਦ ਗਾ ਕੇ ਜੀਵਨ ਬਦਲਿਆ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਆ ਜਿਹੜੀ ਉਹ ਆਪਣੀ ਸਮਾਪਤ ਆ। ਗੁਰੂ ਕਿਰਪਾ ਕਰੇ। ਵਿਚਾਰ ਕਰਦਿਆਂ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ, ਸੰਗਤ ਤੇ ਗੁਰੂ ਸਾਹਿਬ ਬਖਸ਼ਣ ਯੋਗ ਨੇ। ਸਭ ਦਾ ਧੰਨਵਾਦ।